ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫ਼ਤੇ ਦੀ ਤਰ੍ਹਾਂ ਸਿੱਖ ਚੈਨਲ ਦੇ ਜ਼ਰੀਏ ਤੁਹਾਡਾ ਆਪਣਾ ਪ੍ਰੋਗਰਾਮ ਗੱਲ ਪੰਜਾਬ ਦੀ ਲੈ ਕੇ ਅੱਜ ਫਿਰ ਹਾਜ਼ਰ ਹੋਇਆ। ਪੋਹ ਦਾ ਮਹੀਨਾ ਜਿੱਥੇ ਕਿਤੇ ਵੀ ਸਿੱਖ ਵਸਦਾ, ਪੰਜਾਬੀ ਵਸਦਾ, ਉਹ ਭਲੀ ਭਾਂਤ ਜਾਣਦਾ ਕਿ ਪੋਹ ਦੇ ਮਹੀਨੇ ਵਿੱਚ ਕਿੰਨੀ ਠੰਡ ਹੁੰਦੀ ਹੈ। ਜਿਨ੍ਹਾਂ ਨੇ ਖਾਸ ਕਰ ਪੰਜਾਬ ਦੀ ਧਰਤੀ ਤੇ ਉਹ ਠੰਡ ਨੂੰ ਅਨੁਭਵ ਕੀਤਾ, ਉਹ ਇਹ ਗੱਲ ਭੁੱਲ ਨਹੀਂ ਸਕਦੇ ਕਿ ਪੋਹ ਦੇ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਠੰਡ ਪੈਂਦੀ। ਤੇ ਅੱਜ ਗੱਲ ਕਰਾਂਗੇ ਪੋਹ ਦੇ ਮਹੀਨੇ ਦੀ ਸ਼ਹਾਦਤਾਂ ਦਾ ਮਹੀਨਾ ਕਿਉਂ ਕਿਹਾ ਜਾਂਦਾ। ਪੋਹ ਦਾ ਮਹੀਨਾ ਜਿਹਦੇ ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ, ਚਮਕੌਰ ਦੀ ਗੜੀ ਤੱਕ ਜੋ ਜੋ ਵਾਕਿਆ ਹੋਇਆ, ਜੋ ਕੁਰਬਾਨੀ ਪੰਜਾਂ ਪਿਆਰਿਆਂ ਨੇ, ਸਿੱਖਾਂ ਨੇ, ਸਿੰਘਾਂ ਨੇ ਜਾਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਦਿੱਤੀ, ਮਾਤਾ ਜੀ ਨੇ ਦਿੱਤੀ। ਇਸੇ ਕਰਕੇ ਸਿੱਖ ਕੌਮ ਦਾ ਅੱਜ ਜੋ ਨਾਂ ਹੈ, ਸਿੱਖ ਕੌਮ ਦੁਨੀਆ ਦੇ ਕੋਨੇ-ਕੋਨੇ ਤੇ ਬਸੀ ਹੋਈ ਹੈ। ਤੇ ਸਿੱਖ ਕੌਮ ਅੱਜ ਪੂਰੇ ਸੰਸਾਰ ਅੰਦਰ ਇਸ ਮਹੀਨੇ ਨੂੰ, ਇਹ ਸ਼ਹਾਦਤ ਦੇ ਮਹੀਨੇ ਨੂੰ ਮਨਾ ਰਹੀ ਹੈ। ਜਿੱਥੇ ਮੈਂ ਆਪਣੇ ਵੱਲੋਂ, ਉੱਥੇ ਮੈਂ ਆਪਣੀ ਪੂਰੀ ਟੀਮ ਵੱਲੋਂ ਇਸ ਮਹੀਨੇ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਦਾ ਹਾਂ। ਅੱਜ ਕਿਉਂਕਿ ਸ਼ਹਾਦਤ ਦਾ ਮਹੀਨਾ ਹੈ, ਧਾਰਮਿਕ ਤੌਰ ਤੇ ਇਸ ਨੂੰ ਮਨਾਇਆ ਜਾਂਦਾ। ਕੀ ਵਾਕਿਆ ਹੋਇਆ, ਕਿਸ ਤਰ੍ਹਾਂ ਹੋਈ, ਕਿਸ ਤਰ੍ਹਾਂ ਜਰਵਾਣਿਆਂ ਨੇ ਕਹਿਰ ਢਾਇਆ, ਮਾਸੂਮਾਂ ਨੂੰ ਵੀ ਨਹੀਂ ਬਖਸ਼ਿਆ। ਤੇ ਇਹ ਸਾਰੀਆਂ ਵਿਚਾਰਾਂ ਦੀ ਅੱਜ ਸਾਂਝ ਪਾਉਣ ਦੇ ਲਈ ਅਚੇਚੇ ਤੌਰ ਤੇ ਆਪਣੇ ਨਾਲ ਜੁੜੇ ਨੇ ਇੰਗਲੈਂਡ ਦੀ ਧਰਤੀ ਤੋਂ ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ, ਅਕਾਲ ਦਰਬਾਰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਦੀਪ ਸਿੰਘ ਜੀ, ਅਤੇ ਪੰਜਾਬ ਦੀ ਧਰਤੀ ਤੋਂ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ 'ਚ ਕਥਾਵਾਚਕ ਗਿਆਨੀ ਅਮਰਿੰਦਰ ਸਿੰਘ ਜੀ ਜੁੜੇ ਨੇ। ਸੋ ਮੈਂ ਤਿੰਨਾਂ ਹੀ ਵੀਰਾਂ ਨੂੰ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਸਮਾਂ ਕੱਢ ਕੇ ਸਿੱਖ ਚੈਨਲ ਦੇ ਸਟੂਡੀਓ ਰਾਹੀਂ ਗੱਲ ਪੰਜਾਬ ਦੀ ਵਿੱਚ ਸ਼ਾਮਲ ਹੋਏ ਨੇ, ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਅਮਰਿੰਦਰ ਸਿੰਘ ਜੀ, ਤੁਸੀਂ ਹਰ ਰੋਜ਼ ਸੰਗਤਾਂ ਨੂੰ ਕਥਾ ਨਾਲ ਨਿਹਾਲ ਕਰਦੇ ਹੋ, ਗੁਰਬਾਣੀ ਨਾਲ ਜੋੜਦੇ ਹੋ। ਮੈਂ ਚਾਹਾਂਗਾ, ਕਿਉਂਕਿ ਆਪਣੇ ਕੋਲ ਸਮਾਂ ਸੀਮਿਤ ਹੁੰਦਾ, ਸੋ ਆਪਾਂ ਗੱਲਾਂ ਬਾਹਲੀਆਂ ਲੰਬੀਆਂ ਵੀ ਨਾ ਕਰੀਏ ਤੇ ਸਮੁੰਦਰ ਨੂੰ ਕੁੱਜੇ 'ਚ ਪਾਉਣ ਦੀ ਗੱਲ ਕਰੀਏ, ਤਾਂ ਕਿ ਸਾਰਿਆਂ ਨੂੰ ਪਤਾ ਵੀ ਲੱਗੇ। ਸਮਝਾ ਵੀ ਦਿਓ ਕਿ ਕਿਸ ਤਰ੍ਹਾਂ 7 ਮਹੀਨਿਆਂ ਤੇ ਬਾਅਦ ਆਟੇ ਦੀਆਂ ਗਊਆਂ ਬਣਾ ਲਈਆਂ, ਕੁਰਾਨ ਦੀਆਂ ਸੌਹਾਂ ਖਾ ਲਈਆਂ, ਲੇਕਿਨ ਫਿਰ ਵੀ ਜਰਵਾਣਿਆਂ ਨੇ ਹਮਲਾ ਕੀਤਾ। 7 ਮਹੀਨਿਆਂ ਬਾਅਦ ਕਿਲਾ ਖਾਲੀ ਕੀਤਾ। ਕੀ ਵਾਕਿਆ ਹੋਇਆ, ਕਿਸ ਤਰ੍ਹਾਂ ਹੋਇਆ, ਇਹ ਥੋੜ੍ਹਾ ਜਿਹਾ ਤੁਸੀਂ ਚਾਨਣਾ ਪਵੇ। ਸਮੁੱਚੇ ਜਗਤ ਵਿੱਚ ਵਸਦੇ ਹੋਏ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਦਾਸ ਫਤਿਹ ਸਾਂਝੀ ਕਰਦਾ ਹੈ। ਵਾਹਿਗੁਰੂ ਜੀ ਕੀ ਫਤਿਹ। ਅੱਜ ਮਹੀਨੇ ਦੀ ਗੱਲ, ਸ਼ੁਰੂਆਤ ਦੀ ਅਸੀਂ ਗੱਲ ਕਰਦੇ ਹਾਂ, ਤੇ ਜੇਕਰ ਇਹਨੂੰ ਗੁਰਬਾਣੀ ਦੇ ਵਿੱਚ ਪੜ੍ਹਿਆ ਜਾਵੇ ਤਾਂ ਗੁਰੂ ਦੇ ਮਹਾਰਾਜ ਕਹਿੰਦੇ ਤੁਖਾਰ ਪੜੇ ਮਨ ਤ੍ਰਿਨ ਸੁਖ, ਕਿ ਪੋਹ ਦਾ ਮਹੀਨਾ ਜਿਹੜਾ ਪੋਖ ਤੁਖਾਰ ਨਾ ਵਿਆਪੇ ਕੰਠ ਮਿਲੇ ਨਾ ਹੋ, ਕਿ ਪੋਹ ਦਾ ਮਹੀਨਾ ਵਿਸ਼ੇਸ਼ ਕਰਕੇ ਜਿਹੜਾ ਹੈ ਉਹ ਬਜ਼ੁਰਗਾਂ ਤੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਪੋਹ ਦੀ ਠੰਡ ਜਿਹੜੀ ਹੈ ਉਹ ਇੰਨੀ ਜ਼ਿਆਦਾ ਹੋ ਜਾਂਦੀ ਹੈ, ਜਿਹਦੇ ਨਾਲ ਬਨਸਪਤੀ ਦੇ ਵਿੱਚੋਂ ਵੀ ਰਸ ਜਿਹੜਾ ਹੈ ਉਸ ਕੱਕਰ ਦੇ ਕਰਕੇ ਸੁੱਕ ਜਾਂਦਾ ਹੈ। ਪਰ ਇਸੇ ਹੀ ਮਹੀਨੇ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਇਹ ਤੁਖਾਰ ਵਿਆਪਦਾ ਨਹੀਂ, ਉਹਨਾਂ ਨੂੰ ਇਹ ਕੱਕਰ ਵਿਆਪਦਾ ਨਹੀਂ ਆ, ਜਿਹੜੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੁੰਦੇ ਨੇ। ਫਿਰ ਮੈਂ ਵੈਸੇ ਸ਼ੁਰੂਆਤ ਦੇ ਵਿੱਚ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਦੀ ਵਿਆਖਿਆ ਗੁਰੂ ਨੇ ਮੌਖਿਕ ਤੌਰ ਤੇ ਜਾਂ ਸ਼ਬਦਾਹਿਕ ਤੌਰ ਤੇ ਨਹੀਂ ਕੀਤੀ, ਸਗੋਂ ਸਰੀਰਾਂ ਦੇ ਉੱਪਰ ਹੰਢਾ ਕੇ ਕੀਤੀ ਹੈ। ਸੋ ਇਸੇ ਤਰ੍ਹਾਂ ਮਹਾਰਾਜ ਜਿਵੇਂ ਕਹਿੰਦੇ ਨੇ ਕਿ ਤੁਖਾਰ ਵਿਆਪਦਾ ਨਹੀਂ, ਤੇ ਇਸ ਦੀ ਵਿਆਖਿਆ ਸਤਿਕਾਰਯੋਗ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਨੇ ਉਸ ਠੰਡੇ ਬੁਰਜ ਦੇ ਵਿੱਚ
ਉਸ ਠੰਡ ਨੂੰ ਹੱਡਾਂ ਦੇ ਉੱਤੇ ਹੰਢਾ ਕੇ ਕੀਤੀ ਆ। ਜੇ ਹਾਂਜੀ ਆਨੰਦਪੁਰ ਸਾਹਿਬ ਦੇ ਕਿਲੇ ਦੀ ਗੱਲ ਕੀਤੀ ਜਾਵੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਸੰਨ 1665 ਦੇ ਵਿੱਚ ਜੂਨ ਮਹੀਨੇ ਦੇ ਅੰਦਰ ਆਨੰਦਪੁਰ ਸਾਹਿਬ ਨੂੰ ਵਸਾਉਣਾ ਕੀਤਾ, ਚੱਕ ਨਾਨਕੀ ਨਾਮ ਰੱਖਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਆਉਂਦੇ ਨੇ, ਸੰਗਤ ਆਨੰਦ ਸਾਹਿਬ ਬਾਣੀ ਦਾ ਕੀਰਤਨ ਕਰਦੀ ਹੈ ਤੇ ਮਹਾਰਾਜ ਉਸ ਦਾ ਨਾਮ ਆਨੰਦਪੁਰੀ ਰੱਖ ਦਿੰਦੇ ਨੇ। ਮਹਾਰਾਜ ਨੇ ਇਸ ਜਗ੍ਹਾ ਦੇ ਉੱਪਰ ਤਕਰੀਬਨ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਬਤੀਤ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੀ ਖਾਲਸੇ ਪੰਥ ਦੀ ਸਾਜਨਾ ਕੀਤੀ। 3 ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ ਦਾ ਹਾਂਜੀ ਜਨਮ ਪਾਉਂਟਾ ਸਾਹਿਬ ਦੀ ਧਰਤੀ ਤੇ ਹੋਇਆ ਤੇ 3 ਸਾਹਿਬਜ਼ਾਦਿਆਂ ਦਾ ਜਨਮ ਜਿਹੜਾ ਹੈ ਉਹਨਾਂ ਦਾ ਪ੍ਰਕਾਸ਼ ਆਗਮਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ। ਸੋ ਇਹ ਬਹੁਤ ਪਿਆਰ ਦੇ ਨਾਲ ਸਜਾਈ ਹੋਈ ਇਹ ਨਗਰੀ ਸੀ ਜਿਹਨੂੰ ਸਤਿਗੁਰੂ ਮਹਾਰਾਜ ਆਨੰਦਾਂ ਦੀ ਪੁਰੀ ਆਖਦੇ ਆ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਅਸਾਮ ਦਾ ਰਾਜਾ ਆਉਂਦਾ ਹੈ ਤੇ ਉਹ ਆਪਣੇ ਨਾਲ ਕੁਝ ਭੇਟਾਂ ਲੈ ਕੇ ਆਉਂਦਾ, ਜਿੰਦੇ ਵਿੱਚ ਪ੍ਰਸਾਦੀ ਹਾਥੀ ਸੀ, 5 ਕਲਾ ਸ਼ਸਤਰ ਸੀ, ਚੰਦਨ ਦੀ ਚੌਂਕੀ ਤੇ ਹੋਰ ਬਹੁਤ ਸਾਰੀਆਂ, ਜਿਨ੍ਹਾਂ ਨੂੰ ਵੇਖ ਹਾਂਜੀ ਕਰਕੇ ਜਿਹੜੇ ਪਹਾੜੀ ਰਾਜੇ ਸਨ, ਖਾਸ ਤੌਰ ਤੇ ਭੀਮ ਚੰਦ ਜਿਹੜਾ ਹੈ ਉਹ ਮੰਗ ਵੀ ਕਰਦਾ ਹੈ ਤੇ ਪਰ ਉਹਦੇ ਮਨ ਦੇ ਵਿੱਚ ਇਸ ਗੱਲ ਦੀ ਈਰਖਾ ਵੀ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸ਼ਾਹੀ ਵਸਤੂਆਂ ਮੇਰੇ ਕੋਲ ਪਹੁੰਚ ਜਾਣ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਮਨਸਾ ਨੂੰ ਜਾਣਦੇ ਨੇ, ਇਸ ਕਰਕੇ ਮਹਾਰਾਜ ਨੇ ਉਹ ਵਸਤੂਆਂ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨੇ ਹੂੰ ਕੁਝ ਹੋਰ ਰਾਜਿਆਂ ਨੂੰ, ਪਹਾੜੀ ਰਾਜਿਆਂ ਨੂੰ ਨਾਲ ਲੈ ਕਰਕੇ 22 ਧਾਰ ਸ਼ਬਦ ਅਸੀਂ ਬੜੀ ਵਾਰ ਸੁਣਦੇ ਹਾਂ, ਪਰ ਇਹਦੇ ਬਾਰੇ ਬਹੁਤਿਆਂ ਨੂੰ ਪਤਾ ਨਹੀਂ ਕਿ 22 ਧਾਰ ਇਹਨੂੰ ਕਿਉਂ ਆਖਦੇ ਆ। ਜਦੋਂ ਤੁਸੀਂ ਆਨੰਦਪੁਰ ਸਾਹਿਬ ਜਾਓ ਤੇ ਆਨੰਦਪੁਰ ਸਾਹਿਬ ਦੇ ਦਰਬਾਰ ਦੇ ਅੰਦਰ, ਉਸ ਕਿਲੇ ਦੇ ਅੰਦਰ, ਆਨੰਦਗੜ੍ਹ ਕਿਲੇ ਦੇ ਉੱਪਰ ਜਾ ਕੇ ਜਦੋਂ ਤੁਸੀਂ ਖੜੇ ਹੋਵੋਗੇ ਤੇ ਤੁਹਾਨੂੰ ਆਸੇ-ਪਾਸੇ ਨਾ ਕੁਝ ਪਹਾੜਾਂ ਦੀਆਂ ਚੋਟੀਆਂ ਦਿਸਦੀਆਂ ਨੇ। ਉਹ ਚੋਟੀਆਂ ਓਕੇ ਦੀ ਗਿਣਤੀ 22 ਗਿਣੀ ਜਾਂਦੀ ਆ ਤੇ ਹਰ ਚੋਟੀ ਦਾ ਇੱਕ ਵੱਖਰਾ ਰਾਜਾ ਸੀ। ਇਸ ਕਰਕੇ ਇਹ 22 ਧਾਰਾਂ ਸੀ ਪਹਾੜਾਂ ਦੀਆਂ ਤੇ ਇਹਨਾਂ 22 ਧਾਰਾਂ ਦੇ 22 ਰਾਜੇ ਸਨ। ਇਹਨਾਂ ਦੇ ਵਿੱਚੋਂ ਜਿਹੜਾ ਮੁਖੀ ਜਾਂ ਇਹਨਾਂ ਚੋਂ ਜਿਹੜਾ ਬਹੁਤਾ ਤਾਕਤਵਰ ਸੀ ਉਹ ਭੀਮ ਚੰਦ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਵਿਰੋਧ ਦੇ ਵਾਸਤੇ ਇਹਨੇ ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀਆਂ ਲਿਖੀਆਂ ਔਰ ਇਹ ਵੀ ਕਿਹਾ ਕਿ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਨੇ ਤੇ ਜੇਕਰ ਸਮਾਂ ਰਹਿੰਦਿਆਂ ਤੁਸੀਂ ਇਹਨਾਂ ਨੂੰ ਕਾਬੂ ਨਾ ਕੀਤਾ, ਇਹਨਾਂ ਦੇ ਉੱਤੇ ਕੋਈ ਜਿਹੜਾ ਸੀ ਉਹ ਨਾ ਤੰਜ ਕੱਸਿਆ ਜਾਂ ਕੋਈ ਨਾ ਇਹਨਾਂ ਦੇ ਉੱਪਰ ਕੋਈ ਐਵੇਂ ਦੇ ਹਾਲਾਤ ਬਣਾਏ ਤੇ ਹੋ ਸਕਦਾ ਬਗਾਵਤ ਹੋ ਜਾਏ। ਅਸੀਂ ਤੁਹਾਡੇ ਅਧੀਨ ਹੀ ਆ ਤੇ ਸਾਨੂੰ ਤੁਸੀਂ ਜਦੋਂ ਵੀ ਕਹਿੰਦੇ ਹੋ ਅਸੀਂ ਟੈਕਸ ਵੀ ਤਾਰਦੇ ਨੇ, ਪਰ ਗੁਰੂ ਗੋਬਿੰਦ ਸਿੰਘ ਦੇ ਉੱਪਰ ਜੇਕਰ ਤੁਸੀਂ ਜਿਹੜਾ ਕਾਬਜ਼ ਨਹੀਂ ਹੁੰਦੇ ਉਸ ਇਲਾਕੇ ਦੇ ਉੱਪਰ ਤੇ ਤੁਹਾਡਾ ਨੁਕਸਾਨ ਹੋ ਜਾਂਦਾ ਹੈ। ਫਿਰ ਇਹ ਬਿਲਕੁਲ ਪਹਾੜੀ ਰਾਜੇ ਤੇ ਦੂਸਰੇ ਪਾਸੇ ਔਰੰਗਜ਼ੇਬ ਨੇ ਜਿਹੜੀਆਂ ਸੀ 2 ਸੂਬੇਦਾਰ ਨੇ, ਇੱਕ ਤਾਂ ਲਾਹੌਰ ਦਾ ਸੂਬੇਦਾਰ ਹੈ ਤੇ ਦੂਸਰਾ ਸਰਹੰਦ ਦਾ ਸੂਬੇਦਾਰ। ਇਹਨਾਂ ਨੂੰ ਬਕਾਇਦਾ ਚਿੱਠੀ ਲਿਖ ਕਰਕੇ ਇਹਨਾਂ ਨੂੰ ਫੌਜ ਦੇ ਕਰਕੇ ਆਨੰਦਪੁਰ ਸਾਹਿਬ ਦੇ ਕਿਲੇ ਵਾਲੇ ਪਾਸੇ ਭੇਜਿਆ ਗਿਆ। ਮਈ ਮਹੀਨੇ ਦੇ ਵਿੱਚ ਇਹ ਜਿਹੜਾ ਕਿਲਾ ਨੂੰ ਘੇਰਾ ਜਿਹੜਾ ਸੀ ਇਹ ਪੈਣਾ ਆਰੰਭ ਹੋਇਆ। ਹਾਂਜੀ ਮੈਨੂੰ ਲੱਗਦਾ ਗਿਆਨੀ ਜੀ ਉਹਨਾਂ ਦੀ ਆਵਾਜ਼ ਚਲ ਗਈ। ਬੜਾ ਸਾਹਿਬ ਇਦੋਂ ਪਹਿਲਾਂ ਗਿਆਨੀ ਜੀ ਹੁਣੀ ਵਾਪਸ ਹੋਣ, ਆਵਾਜ਼ ਉਹਨਾਂ ਦੀ ਵਾਪਸ ਆਵੇ, ਮੈਨੂੰ ਲੱਗਦਾ ਉਹਨਾਂ ਨੂੰ ਕੱਟ ਕੇ ਦੁਬਾਰੇ ਰੀਸੈਟ ਕਰਕੇ ਆਪਣਾ ਲਾਉਣਾ ਪਵੇਗਾ। ਬੜਾ ਸਾਹਿਬ ਤੁਹਾਡੇ ਕੋਲੋਂ ਜਾਣਨਾ ਚਾਹਾਂ, ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਰਸਾ ਨਦੀ ਦੇ ਕਿਨਾਰੇ ਤੇ ਕਿੱਡਾ ਵੱਡੀ ਇਹ ਗੱਲ ਆ ਕਿ ਲੜਾਈ ਪਿੱਛੋਂ ਇੰਨੀਆਂ ਫੌਜਾਂ ਚੜੀਆਂ ਆ ਰਹੀਆਂ, ਲੇਕਿਨ ਗੁਰੂ ਸਾਹਿਬ ਨੇ ਉੱਥੇ ਸਵੇਰ ਨੂੰ ਜਪਜੀ ਸਾਹਿਬ ਦਾ ਜੋ ਪਾਠ ਕੀਤਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਕੀ ਆਪਾਂ ਨੂੰ ਸਿੱਖਾਂ ਨੂੰ, ਕਿਉਂਕਿ ਉਹਨਾਂ ਨੇ ਜੋ ਵੀ ਆਪਣੀ ਜ਼ਿੰਦਗੀ 'ਚ ਕੀਤਾ ਉਹ ਸਿਰਫ ਆਉਣ ਵਾਲੀ ਜਿਹੜੀ ਜਨਰੇਸ਼ਨ ਟੂ ਜਨਰੇਸ਼ਨ ਨੂੰ ਕੋਈ ਸਿੱਖਿਆ ਦੇਣ ਨੂੰ ਹੀ ਕੀਤਾ। ਸਭ ਤੋਂ ਪਹਿਲਾਂ ਤੇ ਮੈਂ ਆਪਣੀ ਟੀਮ ਵੱਲੋਂ, ਸਿੱਖ ਚੈਨਲ ਵੱਲੋਂ ਅਤੇ ਸਾਰੀਆਂ ਸੰਗਤਾਂ, ਸਾਰੇ ਦਰਸ਼ਕਾਂ ਨੂੰ ਸ਼ਹੀਦਾਂ ਦੇ ਕੋਟਿਨ-ਕੋਟ ਪ੍ਰਣਾਮ ਕਰਦੇ ਹਾਂ ਪਹਿਲਾਂ, ਅਤੇ ਨਾਲ ਨਾਲ ਜਿਹੜੀ ਇਹ ਸ਼ਹਾਦਤ ਦਾ ਮਹੀਨਾ, ਉਹਦਾ ਮਹੀਨਾ 20 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ, ਜਾਂ ਆਪਾਂ ਇਹ ਕਹਿ ਲਈਏ ਕਿ ਆਪਾਂ ਇਹ ਜਿਹੜਾ ਹੈਗਾ ਆ 5-6 ਪੋਹ ਤੋਂ ਲੈ ਕੇ ਇਹ 13 ਪੋਹ ਤੱਕ ਦਾ ਜਿਹੜਾ ਇਹ ਦੇਸੀ ਮਹੀਨਿਆਂ ਦਾ, ਉਹਦਾ ਮਹੀਨੇ ਦਾ ਹੈ, ਇਹ ਸਾਰਾ ਸ਼ਹਾਦਤਾਂ ਦਾ ਹੈ। ਪਰ ਇਸ ਦੇ ਵਿੱਚ ਆਪਾਂ ਇਹ ਕਹੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾ ਤੇ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾ,
ਅਤੇ ਨਾਲ ਬਿਲਕੁਲ ਨਾਲ ਇਹ ਵੀ ਕਹਿ ਦਈਏ ਕਿ ਉਹਨਾਂ ਨੇ 1666 ਈਸਵੀ ਤੋਂ 1708 ਈਸਵੀ ਤੱਕ 42 ਸਾਲ ਦਾ ਸਮੇਂ ਦੇ ਵਿੱਚ ਉਹ ਕੌਤਕ, ਉਹ ਕਾਰਨਾਮੇ, ਉਹ ਕੁਝ ਕਰ ਦਿਖਾਇਆ। ਭਾਰਤ ਵਾਸਤੇ ਹੀ ਨਹੀਂ, ਸਾਰੀ ਦੁਨੀਆ ਦੇ ਵਿੱਚ ਅਲੌਕਿਕ ਉਹਨਾਂ ਦੇ ਕਾਰਨਾਮੇ ਹੋਏ ਨੇ। ਅਤੇ ਜਦੋਂ ਇਹਨਾਂ ਨੇ ਆਪਣਾ 20 ਤਰੀਕ ਨੂੰ ਇਹਨਾਂ ਦਾ ਆਖਰੀ ਪਰਿਵਾਰਾਂ ਦਾ ਸਾਰਿਆਂ ਦਾ ਆਖਰੀ ਇਹ ਦਿਨ ਸੀਗਾ 20 ਦਸੰਬਰ ਨੂੰ, ਜਦੋਂ ਕਿ ਇਹ ਉੱਥੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਜਿਹੜੇ 22 ਧਾਰ ਦੇ ਰਾਜੇ ਸੀ, ਹਿੰਦੂ ਰਾਜੇ ਵੀ ਸੀ, ਮੁਸਲਮਾਨ ਵੀ ਸੀ, ਉਹਨਾਂ ਨੇ ਕੁਰਾਨ ਵੀ ਭੇਜੀ, ਗੀਤਾ ਵੀ ਭੇਜੀ ਅਤੇ ਉਹਨਾਂ ਦੀਆਂ ਕਸਮਾਂ ਵੀ ਖਾਧੀਆਂ ਕਿ ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ, ਅਸੀਂ ਕੁਝ ਨਹੀਂ ਕਹਾਂਗੇ। ਪਰ ਫਿਰ ਵੀ ਗੁਰੂ ਮਹਾਰਾਜ ਨੇ ਕਿਹਾ ਕਿ ਵੀ ਆਪਾਂ ਕਿਲ੍ਹਾ ਛੱਡਣਾ। ਜਦੋਂ ਸਿੰਘਾਂ ਨੇ ਕੁਐਸਚਨ ਕੀਤਾ, ਪੁੱਛਿਆ ਕਿ ਤੁਸੀਂ ਜਾਣੀ ਜਾ ਰਹੇ ਹੋ, ਜਦ ਕਿ ਉਹਦੇ ਤੇ ਤੁਸੀਂ ਵਿਸ਼ਵਾਸ ਨਹੀਂ ਕਰ ਰਹੇ, ਕਹਿੰਦੇ ਕਿ ਨਹੀਂ ਉਹ ਝੂਠ ਨੇ। ਪਰ ਫਿਰ ਕੀ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਤੇ ਸਿਰਫ ਅਸੀਂ ਗ੍ਰੰਥਾਂ ਦੇ ਅਸੀਂ ਮਾਨਤਾ ਦੇਣੀ ਆ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਦੂਜੇ ਧਰਮਾਂ ਦੇ ਗ੍ਰੰਥਾਂ ਦੀ ਨਰਾਦਰੀ ਹੋਵੇ। ਸੋ ਉਹਨਾਂ ਨੇ ਮਤਲਬ ਕੁਰਾਨ ਤੇ ਗੀਤਾ ਨੂੰ ਮੋਹਰੇ ਰੱਖਦਿਆਂ ਹੋਇਆਂ ਅਨੰਦਪੁਰ ਸਾਹਿਬ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ ਜੀ। ਅਤੇ ਨਾਲ ਨਾਲ ਓਕੇ ਫਿਰ ਜਦੋਂ ਇਹ ਆਪਣੇ ਛੱਡ ਕੇ ਤੁਰੇ ਤੇ ਰਾਜ ਵਿੱਚ ਫਿਰ ਪਿੱਛੋਂ ਇਹ ਸਾਰੇ ਹੀ ਰਾਜਿਆਂ ਨੇ ਸੌਹਾਂ ਖਾਧੀਆਂ, ਵੀ ਹਿੰਦੂਆਂ ਨੇ ਗਊਆਂ ਦੀਆਂ ਵੀ ਕਸਮਾਂ ਖਾ ਕੇ ਫਿਰ ਵੀ ਇਹਨਾਂ ਨੇ ਹਮਲਾ ਕਰ ਦਿੱਤਾ। ਜਦ ਕਿ ਇਹ ਲੜਾਈ ਕਸਮਾਨ ਦੀ ਲੜਾਈ ਸਰਸਾ ਨਦੀ ਤੋਂ ਪਿੱਛੇ ਹੋਈ ਅਤੇ ਉਸ ਤੋਂ ਬਾਅਦ ਫਿਰ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ, ਜਿੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਸ਼ੋਭਤ ਆ। ਅਤੇ ਉਸ ਤੋਂ ਬਾਅਦ ਫਿਰ ਮਾਤਾ ਜੀ ਅਤੇ ਛੋਟੇ 3 ਹਿੱਸਿਆਂ ਦੇ ਵਿੱਚ ਸਾਰੇ ਜਿੰਨੇ, ਕਿਉਂਕਿ ਉਸ ਤੇ ਸਰਸਾ ਨਦੀ ਦੇ ਵਿੱਚ ਠੰਡੀ ਰਾਤ ਦੇ ਵਿੱਚ ਕੜਕ ਦੀ ਜਿਹੜੀ ਸਰਦੀ ਦੇ ਵਿੱਚ ਸਰਸਾ ਨਦੀ ਠਾਠਾਂ ਮਾਰ ਰਹੀ ਸੀ, ਉਸ ਦੇ ਵਿੱਚ ਬਹੁਤ ਘੋੜੇ, ਬਹੁਤ ਸਮਾਨ, ਬਹੁਤ ਗ੍ਰੰਥ ਅਤੇ ਧਾਰਮਿਕ ਗ੍ਰੰਥ ਅਤੇ ਜਿਹੜੀਆਂ ਆਪਾਂ ਇਹ ਜਾਨੀ ਤੇ ਮਾਨੀ ਨੁਕਸਾਨ ਹੋਇਆ। ਉਸ ਦੇ ਵਿੱਚੋਂ ਫਿਰ ਤਿੰਨ ਆਪਣੇ ਇਹਨਾਂ ਦੇ ਸੈਕਸ਼ਨ ਹੋ ਗਏ, 3 ਹਿੱਸਿਆਂ ਦੇ ਵਿੱਚ ਵੰਡੇ ਗਏ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵੱਡੇ ਸਾਹਿਬਜ਼ਾਦੇ ਅਤੇ 5 ਪਿਆਰੇ ਇੱਕ ਪਾਸੇ, ਅਤੇ ਮਾਤਾ ਜੀ ਨੂੰ ਇਹਨਾਂ ਨੇ ਹੋਰ ਸਿੰਘਾਂ ਦੇ ਨਾਲ ਦਿੱਲੀ ਨੂੰ ਉਹ ਚਲੇ ਗਏ ਸਨ। ਪਰ ਲੇਕਿਨ ਇੱਥੋਂ ਰੋਪੜ ਆ ਕੇ ਠਹਿਰੇ ਆਪਣਾ ਜਿਹੜਾ ਕੋਟਲਾ ਨਿਹੰਗ ਸਿੰਘ ਖਾਂ ਦੇ ਕੋਲ, ਕਿਉਂਕਿ ਘਮਸਾਨ ਦੀ ਲੜਾਈ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਕਾਫੀ ਜ਼ਖਮੀ ਹੋ ਗਏ ਸਨ ਤੇ ਉਹਨਾਂ ਦਾ ਉਸ ਨਵਾਬ ਜਿਹੜਾ ਕੋਟਲਾ ਨਿਹੰਗ ਸਿੰਘ ਸੀ ਉਸ ਦੇ ਘਰ ਉੱਥੇ ਠਹਿਰੇ ਤੇ ਉੱਥੇ ਪਿੱਛੇ ਹੀ ਫੌਜਾਂ ਆ ਗਈਆਂ ਤੇ ਉਹਨਾਂ ਨੇ ਉਹਨਾਂ ਨੂੰ ਆ ਕੇ ਕੁਐਸਚਨ ਕੀਤਾ, ਪੁੱਛਿਆ ਕਿ ਇੱਥੇ ਕੋਈ ਸਿੰਘ ਤੁਸੀਂ ਆਏ? ਉਹ ਕਹਿੰਦੇ ਨਹੀਂ, ਸਾਡੇ ਤੇ ਅੰਦਰ ਧੀ ਜਵਾਈ ਬੈਠੇ ਨੇ, ਮਤਲਬ ਉਹ ਨੇ ਇੱਥੇ, ਉਹ ਉੱਥੋਂ ਚਲੇ ਗਏ ਨੇ। ਪਰ ਲੇਕਿਨ ਉਸ ਬੱਚੀ ਨੇ ਉਹਨਾਂ ਬਚਿੱਤਰ ਸਿੰਘ, ਭਾਈ ਬਚਿੱਤਰ ਸਿੰਘ ਜੀ ਉਹਨਾਂ ਦੀ ਪੂਰੀ ਸੇਵਾ ਕੀਤੀ। ਪਰ ਉੱਥੇ ਇਹਨਾਂ ਦਾ ਦਮ ਤੋੜਿਆ ਗਿਆ। ਭੱਠਾ ਸਾਹਿਬ ਗੁਰਦੁਆਰੇ ਦੇ ਨਾਲ ਹੀ ਕੋਟਲਾ ਨਿਹੰਗ ਸਿੰਘ ਖਾਂ ਦਾ ਗੁਰਦੁਆਰਾ ਵੀ ਹੈ। ਅਤੇ ਪਰ ਉਸ ਬੱਚੀ ਨੇ ਇਹ ਫਿਰ ਸਾਰੀ ਉਮਰ ਉਹਨੂੰ ਵਿਆਹ ਨਹੀਂ ਕਰਾਇਆ। ਉਹਨੇ ਭਾਈ ਬਚਿੱਤਰ ਸਿੰਘ ਜੀ ਨੂੰ ਹੀ ਆਪਣਾ ਪਤੀ ਸਮਝ ਕੇ, ਕਿਉਂਕਿ ਉਹਦੇ ਫਾਦਰ ਨੇ ਕਿਹਾ ਸੀ ਅੰਦਰ ਮੇਰਾ ਧੀ ਤੇ ਜਵਾਈ ਨੇ। ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਇਹ ਮਾਛੀ ਕੁੰਮਾਂ ਦੇ ਉਹਨਾਂ ਦੇ ਘਰ ਵੀ ਰਾਤ ਠਹਿਰੇ। ਤੇ ਇੱਥੋਂ ਹੀ ਫਿਰ ਗੰਗੂ ਬ੍ਰਾਹਮਣ, ਜੋ ਕਿ ਕਿਹਾ ਤੇ ਜਾਂਦਾ ਇਤਿਹਾਸ ਹੀ ਦੱਸਦੇ ਕਿ ਗੁਰੂ ਮਹਾਰਾਜ ਦਾ ਲਾਂਗਰੀ ਹੁੰਦਾ ਸੀ, ਰਸੋਈਆ ਸੀਗਾ, ਉੱਥੇ ਰਸੋਈਏ 'ਚ ਕੰਮ ਕਰਦਾ ਸੀ। ਉਸਨੇ ਮਾਤਾ ਜੀ ਨੂੰ ਉੱਥੋਂ ਲੈ ਕੇ ਜਾਣ ਦਾ ਨਾਲ ਮਤਲਬ ਕਹਿੰਦੇ ਕਿ ਮੈਂ ਆਪਣੇ ਪਿੰਡ ਜਾਣਾ। ਪਰ ਲੇਕਿਨ ਜਦੋਂ ਮਾਤਾ ਜੀ ਨੇ ਆਪਣੀ ਥੈਲੀ ਤੇ ਮੋਹਰਾਂ ਵਾਲੀ ਥੈਲੀ ਦੇ ਵਿੱਚੋਂ ਉਹਨੂੰ ਆਪਣੇ ਮਾਛੀ ਕੁੰਮਾਂ ਦੇ ਪਰਿਵਾਰ ਨੂੰ ਉਸ ਨੂੰ ਚੂੜੀਆਂ ਦਿੱਤੀਆਂ ਗਈਆਂ ਕਹਿੰਦੇ ਨੇ, ਅਤੇ ਨਾਲ 5 ਮੋਹਰਾਂ ਆਪਣੇ ਉਹਨਾਂ ਦੇ ਆਪਣੇ ਕੁੰਮਾਂ ਨੂੰ ਦਿੱਤੀਆਂ, ਜਿਸ ਦਾ ਨਾਂ ਕਰੀਮ ਬਖਸ਼ ਵੀ ਕੋਈ ਕਹਿੰਦਾ ਆ, ਕੋਈ ਉਹਨਾਂ ਨੂੰ ਕੀਮਾ ਵੀ ਕਹਿੰਦੇ ਨੇ। ਪਰ ਲੇਕਿਨ ਉਹਨਾਂ ਨੂੰ ਦੇਣ ਤੇ ਉਸ ਵੇਲੇ ਹੀ ਗੱਗੂ ਬ੍ਰਾਹਮਣ ਦਾ ਜਿਹੜਾ ਮਾਈਂਡ ਆ ਉਹ ਚੋਰੀ ਤੇ ਉਹਦੇ ਗਲਤ ਖਿਆਲਾਂ ਤੇ ਚਲੇ ਗਿਆ ਕਿ ਵੀ ਮਾਤਾ ਜੀ ਕੋਲ ਖਜ਼ਾਨਾ ਹੈ, ਮੈਂ ਇਹਨਾਂ ਨੂੰ ਆਪਣੇ ਘਰ ਜਾ ਕੇ ਇਹ ਖਜ਼ਾਨਾ ਆਪਣਾ ਜ਼ਬਤ ਕਰਾਂਗਾ। ਪਰ ਉਹ ਫਿਰ ਉੱਥੇ ਆਪਣੇ ਕੋਈ ਸਹੇੜੀ ਵੀ ਕਹਿੰਦੇ ਆ, ਕੋਈ ਖੇੜੀ ਕਹਿੰਦੇ ਆ, ਕਿ ਆਪਣੇ ਪਿੰਡ ਲੈ ਗਿਆ, ਉੱਥੇ ਰਾਤ ਰਹੇ ਅਤੇ ਰਾਤ ਹੀ ਉੱਥੋਂ ਇਹ ਖਜ਼ਾਨਾ ਜਿਹੜਾ ਸੀਗਾ ਇਸਨੇ ਪਹਿਲਾਂ ਚੋਰੀ ਕਰਕੇ ਕਹਿ ਲਓ ਜਾਂ ਲੁਕੋ ਕੇ ਰੱਖ ਲਿਆ। ਅਤੇ ਜਦੋਂ ਮਾਤਾ ਜੀ ਨੇ ਸਵੇਰ ਨੂੰ ਪੁੱਛਿਆ ਕਿ ਗੰਗੂ ਜੀ ਆਪਣਾ ਇਹ ਕਿੱਥੇ ਗਿਆ, ਜਿਹੜੇ ਆਪਣੇ ਮੋਹਰਾਂ ਵਾਲੀ ਥੈਲੀ ਸੀ,
ਉਹ ਕਹਿੰਦਾ ਕਿ ਵੀ ਤੁਸੀਂ ਮੈਨੂੰ ਚੋਰ ਕਹਿੰਦੇ ਆ। ਉਸਨੇ ਉੱਪਰ ਚੜ ਕੇ ਰੌਲਾ ਪਾਤਾ ਅਤੇ ਨਾਲ ਨਾਲ ਉੱਥੇ ਦੇ ਫਿਰ ਜਾ ਕੇ ਮੋਰਿੰਡੇ ਤੋਂ ਇਹ ਮੇਰੇ ਖਿਆਲ ਉੱਪਰ ਗਿਆਨੀ ਜੀ ਦੱਸਣਗੇ ਗਨੀ ਖਾਂ ਤੇ ਨਬੀ ਖਾਂ ਨਹੀਂ, ਸੌਰੀ, ਗਨੀ ਖਾਂ ਤੇ ਇੱਕ ਹੋਰ ਜਮੀ ਖਾਨ ਜਿਹੜਾ ਸੀਗਾ, ਉਹਨਾਂ ਨੂੰ ਲਿਆ ਕੇ ਇਹਨਾਂ ਨੂੰ ਅਰੈਸਟ ਕਰਵਾਇਆ, ਜਿਸ ਤੋਂ ਫਿਰ ਇਹਨਾਂ ਨੂੰ ਜਾ ਕੇ ਮੋਰਿੰਡੇ ਜਾ ਕੇ ਹਵਾਲਾਤ ਵਿੱਚ ਰੱਖਿਆ ਗਿਆ ਜੀ। ਅੱਗੇ ਮੈਂ ਬਾਕੀ ਰੀਨੀਆਂ ਬਾੜਾ ਸਾਹਿਬ, ਰੀਨੀਆਂ ਤੁਹਾਡਾ ਬਾੜਾ ਸਾਹਿਬ, ਕਿਉਂਕਿ ਆਪਾਂ ਅਗਰ ਸਟੈਪ ਬਾਏ ਸਟੈਪ ਉੱਥੇ ਤੱਕ ਪੁੱਜੀਏ ਤੇ ਜਿਹੜਾ ਜੀ। ਉਹ ਪ੍ਰੋਗਰਾਮ ਦਾ ਬੜਾ ਆਨੰਦ ਆਉਂਦਾ। ਤੁਸੀਂ ਬਹੁਤ ਵਧੀਆ ਜੋ ਡੀਟੇਲਸ ਬਾਈ ਡੀਟੇਲਸ ਦੱਸਿਆ, ਇਸੇ ਤਰ੍ਹਾਂ ਹੀ ਆਪਾਂ ਨੂੰ ਗਾਹਾਂ ਵੀ ਵਿਚਾਰਾਂ ਦੀ ਸਾਂਝ ਪਾਉਣੀ ਚਾਹੀਦੀ। ਗਿਆਨੀ ਅਮਰਿੰਦਰ ਸਿੰਘ ਜੀ, ਜਿਹੜੀ ਤੁਸੀਂ ਆਪਣੀ ਗੱਲ ਕਰਦੇ ਸੀਗੇ, ਤੁਹਾਡੀ ਵਿੱਚ ਆਵਾਜ਼ ਚਲ ਗਈ ਸੀ, ਤੁਸੀਂ ਉੱਥੋਂ ਸ਼ੁਰੂ ਕਰਕੇ ਤੇ ਸੰਖੇਪ ਜਿਹੇ ਵਿੱਚ ਕਰਿਓ, ਫਿਰ ਆਪਾਂ ਗਿਆਨੀ ਹਰਦੀਪ ਸਿੰਘ ਕੋਲ ਜਾਣਾ। ਹਾਂਜੀ ਗਿਆਨੀ ਅਮਰਿੰਦਰ ਸਿੰਘ ਜੀ, ਤੁਹਾਨੂੰ ਆਵਾਜ਼ ਸੁਣਦੀ ਮੇਰੀ? ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਕੱਟੀ ਗਈ, ਉਹ ਆ ਨਹੀਂ ਰਹੀ। ਸੋ ਮੈਂ ਲਾਲੀ ਭਾ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਫੋਨ ਕਰਕੇ ਕਹਿਣ ਵੀ ਉਹ ਦੁਬਾਰੇ ਰੀਜੁਆਇਨ ਕਰਨ। ਗਿਆਨੀ ਹਰਦੀਪ ਸਿੰਘ ਜੀ, ਜਿਸ ਤਰ੍ਹਾਂ ਭਲੀ ਭਾਤ ਆਪਾਂ ਸਾਰੇ ਜਾਣਦੇ ਹਾਂ, ਜਦੋਂ ਪਰਿਵਾਰ ਵਿਛੋੜਾ ਪੈ ਗਿਆ ਸਰਸਾ ਦੀ ਨਦੀ ਤੇ, ਉੱਥੇ ਕਿੰਨਾ ਕੁਛ ਰੁੜ ਗਿਆ, ਕਈ ਕੁਛ ਹੋ ਗਿਆ, ਲੇਕਿਨ ਚਮਕੌਰ ਦੀ ਗੜੀ ਵਿੱਚ 10ਵੇਂ ਪਾਤਸ਼ਾਹ ਨੇ ਆਪਣੇ ਹੱਥੀਂ, ਜਿੱਥੇ 5 ਪਿਆਰਿਆਂ ਵਿੱਚੋਂ ਮੈਂ ਇਤਿਹਾਸ ਕਰਦਾ ਹੈ ਨਹੀਂ, ਜਿੱਥੋਂ ਤੱਕ ਮੈਂ ਨੌਲੇਜ ਰੱਖਦਾ ਕਿ ਮੇਰੇ ਹਿਸਾਬ ਨਾਲ 3 ਪਿਆਰੇ ਵੀ ਉੱਥੇ ਸ਼ਹੀਦ ਹੋਏ, ਬਾਕੀ ਤੁਸੀਂ ਸੰਖੇਪ ਸਾਹਿਬ ਦੱਸਿਓ, ਲੇਕਿਨ ਆਪਣੇ ਲਾਲਾਂ ਨੂੰ, ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਤੋਰਨਾ ਇੱਕ ਕਿੱਡਾ ਵੱਡਾ ਜਿਗਰਾ 10ਵੇਂ ਪਾਤਸ਼ਾਹ ਤੋਂ ਸੀ। ਗਿਆਨੀ ਹਰਦੀਪ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਸਿੱਖ ਚੈਨਲ ਦੇਖਦੀਆਂ ਦੇਸਾਂ ਪ੍ਰਦੇਸਾਂ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਧ ਸੰਗਤ ਜੀ ਤੇ ਵੀਰ ਜੀ ਆਪ ਜੀਆਂ ਨੇ ਪੁੱਛਿਆ, ਸਾਧ ਸੰਗਤ ਜੀ ਸਾਰੀ ਸੁਣਦੀ ਪਈ ਆ। ਇਹ ਮਹੀਨੇ ਜਦੋਂ ਵੀ ਆਉਂਦਾ ਹੈ, ਪੋਹ ਦਾ ਮਹੀਨਾ ਜਦੋਂ ਵੀ ਚੜ੍ਹ ਜਾਂਦਾ ਹੈ, ਸੰਗਰਾਂਦ ਤੋਂ ਬਾਅਦ ਵਿੱਚ ਹਰ ਇੱਕ ਸਿੱਖ ਦਾ ਜਿਹੜਾ ਹਿਰਦਾ ਆ ਉਹ ਬੜੇ ਬੈਰਾਗ ਦੇ ਵਿੱਚ ਆ ਜਾਂਦਾ ਹੈ। ਸਿੱਖਾਂ ਨੂੰ ਅੱਗੇ ਤਸਵੀਰ ਸਾਹਮਣੇ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਆ ਵੀ ਸਾਡੇ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਉੱਪਰੋਂ ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤਚਾਰ, ਸਾਰੇ ਹੀ ਪਰਿਵਾਰ ਨੂੰ ਅਤੇ ਬੇਅੰਤ ਗੁਰਸਿੱਖ ਜਿਹੜੇ ਮਹਾਰਾਜ ਜੀ ਦੇ ਜਾਣ ਤੋਂ ਵੀ ਪਿਆਰੇ, ਜਿਵੇਂ ਆਪ ਜੀ ਨੇ ਜ਼ਿਕਰ ਕੀਤਾ 5 ਪਿਆਰੇ ਜੋ ਮਹਾਰਾਜ ਨੇ ਆਪਣੇ ਹੱਥੀਂ ਸਾਜੇ ਸੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੋਂ ਸਾਰੀ ਵਾਰ ਦਿੱਤੇ। ਆਪ ਜੀਆਂ ਨੇ ਜ਼ਿਕਰ ਕੀਤਾ ਚਮਕੌਰ ਦੀ ਗੜੀ ਦਾ, ਜਿਵੇਂ ਗਿਆਨੀ ਅਮਰਿੰਦਰ ਸਿੰਘ ਜੀ ਪਹਿਲਾਂ ਜ਼ਿਕਰ ਕਰ ਰਹੇ ਸੀਗੇ ਕਿ ਕਿਵੇਂ 22 ਧਾਰ ਦੇ ਰਾਜਿਆਂ ਨੇ, ਰਾਜਪੂਤਾਂ ਨੇ, ਪਹਾੜੀ ਰਾਜਿਆਂ ਨੇ, ਮੁਗਲਾਂ ਨੇ ਰਲ ਮਿਲ ਕਰਕੇ ਇੱਕ ਪੂਰੀ ਪਲੈਨਿੰਗ ਦੇ ਜ਼ਰੀਏ, ਕਿਉਂਕਿ ਸ਼ਹਾਦਤ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ, ਕਿਉਂਕਿ ਅੱਜ ਦਾ ਦੌਰ ਸਰਦਾਰ ਬਲਿਹਾਰ ਸਿੰਘ ਜੀ ਰਾਮੇਵਾਲ ਸਾਹਿਬ ਪ੍ਰਧਾਨ ਜੀ ਜਿਹੜਾ ਚੱਲ ਰਿਹਾ ਨਾ, ਅੱਜ ਵੀ ਉਹੀ ਦੌਰ ਚੱਲ ਰਿਹਾ ਸਿੱਖਾਂ ਦੇ ਉੱਪਰ, ਜਿਹੜਾ ਦਸ਼ਮੇਸ਼ ਪਿਤਾ ਜੀ ਦੇ ਸਮੇਂ ਤੋਂ ਉਹ ਮੁਗਲਾਂ ਨੇ ਤੇ ਪਹਾੜੀਆਂ ਨੇ ਰਲ ਕੇ ਸ਼ੁਰੂ ਕੀਤਾ ਸੀ। ਸਿੱਖ ਨੂੰ ਹਮੇਸ਼ਾ ਸ਼ਹਾਦਤ ਹੀ ਕਿਉਂ ਦੇਣੀ ਪੈਂਦੀ ਆ, ਹਮੇਸ਼ਾ ਸ਼ਹਾਦਤ ਦਾ ਜਾਮ ਸਿੱਖ ਨੂੰ ਹੀ ਕਿਉਂ ਪੈਣਾ ਪੈਂਦਾ? ਕਿਉਂਕਿ ਸਿੱਖ ਹਮੇਸ਼ਾ ਉਹਨਾਂ ਦੀ ਬਾਹ ਫੜਦਾ ਆ, ਹਮੇਸ਼ਾ ਉਹਨਾਂ ਨੂੰ ਸਹਾਰਾ ਦਿੰਦਾ ਜਿਹੜੇ ਸਿੱਖ ਦੇ ਕੋਲ ਚੱਲ ਕੇ ਆ ਜਾਂਦੇ ਆ, ਚਾਹੇ ਉਹ ਮੁਸਲਮਾਨ ਹੋਣ, ਚਾਹੇ ਉਹ ਹਿੰਦੂ ਸਨਾਤਨ ਮਤੀਏ ਹੋਣ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸਮਾਜਿਕ ਤੌਰ ਤੇ ਸੰਬੰਧ ਰੱਖਦੇ ਹੋਣ। ਉਹਨਾਂ ਸਾਰਿਆਂ ਨੂੰ ਸਿੱਖ ਜਿਹੜਾ ਆ ਉਹ ਚਾਹੇ ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਲੰਗਰਾਂ ਦੇ ਨਾਲ ਹੋਵੇ, ਚਾਹੇ ਕੱਪੜਿਆਂ ਦੇ ਨਾਲ ਹੋਵੇ, ਮਾਇਆ ਦੇ ਨਾਲ ਹੋਵੇ, ਉੱਦਾਂ ਵੈਸੇ ਗੱਲਾਂ ਦੇ ਨਾਲ, ਮਤਲਬ ਕਿਸੇ ਨੂੰ ਸਹਾਨੁਭੂਤੀ ਦੇਣੀ ਉਹਦੇ ਨਾਲ ਹੋਵੇ, ਸਿੱਖ ਹਮੇਸ਼ਾ ਅੱਗੇ ਗਿਆ। ਪਹਾੜੀ ਰਾਜਿਆਂ ਨੇ, ਜਿਵੇਂ ਗਿਆਨੀ ਜੀ, ਕਿਉਂਕਿ ਆਪ ਜੀਆਂ ਨੇ ਗਿਆਨੀ ਜੀ ਨੂੰ ਉਹਨਾਂ ਦਾ ਕਿਸੇ ਤਰੀਕੇ ਦੇ ਨਾਲ ਫੋਨ ਥੋੜਾ ਕੱਟ ਹੋ ਗਿਆ ਸੀਗਾ, ਉੱਥੋਂ ਮੈਂ ਸ਼ੁਰੂ ਕਰਨੀ ਚਾਹੁੰਦਾ ਇਸ ਕਰਕੇ ਕਿ ਸਾਨੂੰ ਸਮਝ ਆ ਜਾਵੇ ਸਾਰੀ। ਉਹਨਾਂ ਪਹਾੜੀ ਰਾਜਿਆਂ ਨੇ, ਕਿਉਂਕਿ ਅਸੀਂ ਹਮੇਸ਼ਾ ਇੱਕੋ ਗੱਲ ਕਹਿੰਦੇ ਹਾਂ ਕਿ ਮੁਗਲੀਆ ਹਕੂਮਤ ਨੇ ਸਿੱਖਾਂ ਦੇ ਨਾਲ ਮੱਥਾ ਲਾਇਆ, ਨਹੀਂ, ਮੁਗਲੀਆ ਹਕੂਮਤ ਤੋਂ ਪਹਿਲਾਂ ਇਹ ਜਿਹੜਾ ਜਿੰਨਾ ਵਾਕਾ ਹੁਣ ਸਰਹੰਦ ਵਾਲਾ ਤੇ ਚਮਕੌਰ ਸਾਹਿਬ ਵਾਲਾ ਵਰਤਣਾ ਨਾ, ਅਨੰਦਪੁਰ ਸਾਹਿਬ ਜੀ ਤੋਂ ਚੱਲ ਕੇ, ਇਹ ਸਾਰਾ ਦਾ ਸਾਰਾ ਪਹਾੜੀ ਰਾਜਿਆਂ ਦੀ ਇੱਕ ਬੜੀ ਵੱਡੀ ਸਾਜ਼ਿਸ਼ ਸੀ, ਉਹਨਾਂ ਦੀ ਇੱਕ ਬੜੀ ਵੱਡੀ ਚਾਲ ਸੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਕਿਉਂਕਿ ਪਹਾੜੀਆਂ ਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਰਸਤੇ ਚੋਂ ਨਹੀਂ ਹਟਦੇ ਤੇ ਸਾਡੀ ਹਕੂਮਤ ਨਹੀਂ ਕਾਇਮ ਹੋਣੀ ਇੱਥੇ। ਇਹਨਾਂ ਨੇ ਬੜੀ ਸਕੀਮ ਦੇ ਨਾਲ ਮੁਗਲ ਹਕੂਮਤ ਨੂੰ ਸਾਰੀ ਨੂੰ, ਜਿਹੜੇ ਉਸ ਸਮੇਂ ਦੇ ਸੀਗੇ ਹਾਕਮ ਜਿੰਨੇ, ਉਹਨਾਂ ਨੂੰ ਭਰੋਸਾ ਦਵਾ ਕੇ ਪਹਿਲਾਂ ਤੇ ਉਹਨਾਂ ਦੇ ਕੰਨ ਭਰੇ, ਕਿਉਂਕਿ ਸਰਦਾਰ ਬਲਿਹਾਰ ਸਿੰਘ ਜੀ ਰਾਮੇਵਾਲ ਸਾਹਿਬ, ਜਿਹੜੀ ਚੁਗਲੀ ਹੁੰਦੀ ਹੈ, ਚੁਗਲੀ
ਉਹ ਕਿ ਜਿੱਦਾਂ ਕਹਿੰਦੇ ਨਾ ਅਸੀਂ ਪੰਜਾਬੀ ਦੇ ਵਿੱਚ ਵੀ ਉਹ ਪਹਾੜ ਪਾੜ ਦਿੰਦੀ ਆ, ਚੁਗਲ ਜਿਹੜੇ ਆ ਉਹ ਪੱਥਰ ਪਾੜ ਬਿਲਕੁਲ ਦਿੰਦੇ ਆ। ਬਿਲਕੁਲ। ਚੁਗਲ ਜਿਹੜੇ ਸੀਗੇ, ਨਿੰਦਕ ਜਿਹੜੇ ਸੀਗੇ, ਉਹਨਾਂ ਨੇ ਚੁਗਲੀ ਲਾ ਕੇ ਇੱਕ ਦੂਜੇ ਦੇ ਨਾਲ ਆਪਸ ਵਿੱਚ ਮਾਹੌਲ ਇਦਾਂ ਦਾ ਬਣਾ ਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਿਲਕੁਲ ਖਿਲਾਫ ਉਹਨਾਂ ਨੇ ਇਦਾਂ ਦਾ ਪਹਾੜ ਸਿਰਜ ਦਿੱਤਾ, ਕਿਉਂਕਿ ਉਹ ਸੋਚਦੇ ਸੀ ਵੀ ਆਮ ਇਨਸਾਨ ਆ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਕੌਣ ਹਰਾ ਸਕਦਾ ਸੀ। ਸੋ ਉਹ ਸਾਰਾ ਵਾਕਿਆ ਉਹਨਾਂ ਨੇ ਜਿਹੜਾ ਆ ਵਰਤਾਇਆ। ਉਹਨਾਂ ਨੇ ਝੂਠੀਆਂ ਸਹੁੰਆਂ ਖਾਧੀਆਂ। ਝੂਠੀਆਂ ਸਹੁੰਆਂ ਦੇ ਉੱਪਰ ਸੱਚਾ ਵਿਸ਼ਵਾਸ ਗੁਰੂ ਸਾਹਿਬ ਜੀ ਨੇ ਇਸ ਕਰਕੇ ਕੀਤਾ ਕਿ ਕਿਤੇ ਇਹਨਾਂ ਨੂੰ ਇਹ ਨਾ, ਇਹਨਾਂ ਦੇ ਮਨ ਦੇ ਵਿੱਚ ਰੰਜਕ ਮਾਤਰ ਇਹ ਨਾ ਕਿਤੇ ਭੁਲੇਖਾ ਰਹਿ ਜਾਏ ਕਿ ਸਿੱਖਾਂ ਦੇ ਗੁਰੂ ਨੇ ਸਾਨੂੰ ਮੌਕਾ ਨਹੀਂ ਦਿੱਤਾ। ਸਾਡਾ ਗੁਰੂ ਤਾਂ ਇੰਨਾ ਮਹਾਨ ਹੈ ਕਿ ਵੈਰੀਆਂ ਦੀ ਝੂਠੀ ਸਹੁੰ ਉਹਦੇ ਤੇ ਵੀ ਸੱਚਾ ਵਿਸ਼ਵਾਸ ਕਰ ਰਿਹਾ ਕਿ ਨਹੀਂ। ਸਿੱਖ ਕਹਿ ਰਹੇ ਸੀ ਮਹਾਰਾਜ ਨਹੀਂ, ਇਹ ਝੂਠ ਬੋਲਦੇ। ਮਹਾਰਾਜ ਕਹਿੰਦੇ ਨਹੀਂ ਕੋਈ ਨਹੀਂ ਗੱਲ, ਇਹ ਝੂਠ ਬੋਲਦੇ ਆ, ਪਰ ਅਸੀਂ ਸੱਚਾ ਵਿਸ਼ਵਾਸ ਕਰ ਲੈਣਾ ਇਹਨਾਂ ਉੱਤੇ, ਤਾਂ ਕਿ ਇਹਨਾਂ ਦੇ ਮਨ 'ਚ ਕਿਤੇ ਭੁਲੇਖਾ ਨਾ ਰਹਿ ਜਾਏ ਵੀ ਸਿੱਖਾਂ ਦੇ ਗੁਰੂ ਨੇ ਸਾਨੂੰ ਮੌਕਾ ਨਹੀਂ ਦਿੱਤਾ। ਫਿਰ ਉਹ ਜਿੱਦਾਂ ਸਾਰਾ ਵਾਕਿਆ ਵਰਤਿਆ ਅਸੀਂ ਜਾਣਦੇ ਹਾਂ, ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਿਆ ਤੇ ਉਹ ਝੂਠੇ ਜਿਹੜੇ ਸਨ ਸਹੁੰਆਂ ਖਾ ਕੇ ਮਗਰੇ ਤੁਰ ਪਏ ਸੀ। ਮਹਾਰਾਜ ਨੂੰ ਇਹ ਵੀ ਪਤਾ ਸੀ, ਸਿੱਖ ਕਹਿ ਰਹੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਚਲੋ ਅਸੀਂ ਜਲਦੀ ਸਰਸਾ ਪਾਤ ਕਰ ਲਈਏ, ਕਿਉਂਕਿ ਗੁਰੂ ਸਾਹਿਬ ਜੀ ਨੇ, ਇੱਥੇ ਮੈਂ ਛੋਟੀ ਜਿਹੀ ਗੱਲ ਕਹਿਣੀ ਚਾਹਾਂਗਾ ਜਲਦੀ ਦੇ ਵਿੱਚ ਹੀ, ਗੁਰੂ ਮਹਾਰਾਜ ਨੇ ਸਾਧ ਸੰਗਤ ਜੀ, ਅਸੀਂ ਅੱਜ ਨਿਤਨੇਮ ਤੋਂ ਬਹੁਤ ਟੁੱਟ ਗਏ ਹਾਂ। ਅਸੀਂ ਬਾਣੀ ਤੋਂ ਇੰਨੇ ਜ਼ਿਆਦਾ ਟੁੱਟ ਗਏ ਹਾਂ ਕਿ ਸਾਡੇ ਘਰ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਜਾਏ ਨਾ, ਜਾਂ ਸਾਡੇ ਸਰੀਰ 'ਚ ਥੋੜਾ ਜਿਹਾ ਬੁਖਾਰ ਆ ਜਾਵੇ, ਤੇ ਅਸੀਂ ਕਹਿ ਦਿੰਦੇ ਚੱਲ ਛੱਡ ਅੱਜ ਨਿਤਨੇਮ ਨਹੀਂ ਕਰਨਾ। ਪਰ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ, ਕਲਗੀਆਂ ਵਾਲੇ ਦੇ ਸਿੱਖਾਂ ਅਸੀਂ, ਕਲਗੀਆਂ ਵਾਲੇ ਨੇ ਆਪਣਾ ਜਦੋਂ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਜਿਹੜਾ ਹੱਥੀਂ ਸਜਾਇਆ ਸੀ ਛੱਡਿਆ, ਤੇ ਸਿੱਖ ਕਹਿ ਰਹੇ ਸਨ ਵਿੱਚੋਂ ਸਿੰਘ ਕਈ ਕਿ ਮਹਾਰਾਜ ਜੀ ਸਰਸਾ ਪਾਰ ਕਰ ਲਈਏ। ਮਹਾਰਾਜ ਨੂੰ ਪਤਾ ਸੀ ਕਿ ਮਗਰ ਉਹ 10 ਲੱਖ ਦੀ ਫੌਜ ਅੱਗਿਓਂ ਵੀ ਆ ਰਹੀ ਹੈ ਤੇ ਮਗਰ ਵੀ ਚੜ ਕੇ ਆ ਰਹੇ ਸਾਰੇ। ਸੱਚੇ ਪਾਤਸ਼ਾਹ ਜੀ ਨੇ ਸਰਸਾ ਦੇ ਕਿਨਾਰੇ ਬਹਿ ਕੇ ਨਿਤਨੇਮ ਕੀਤਾ, ਸੰਧਿਆ ਸਮੇਂ ਦਾ ਵੀ ਤੇ ਅੰਮ੍ਰਿਤ ਵੇਲੇ ਦਾ ਵੀ। 5 ਬਾਣੀਆਂ ਦਾ ਨਿਤਨੇਮ ਸੰਗਤ ਨੂੰ ਦ੍ਰਿੜ ਕਰਵਾ ਕੇ ਆਸਾ ਜੀ ਕੀ ਵਾਰ ਦਾ ਕੀਰਤਨ ਕਰਕੇ ਸਾਧ ਸੰਗਤ ਜੀ ਫਿਰ ਮਹਾਰਾਜ ਜੀ ਅੱਗੇ ਚੱਲੇ। ਇੱਥੋਂ ਅਸੀਂ ਸਿਰਫ ਇਹ ਨਹੀਂ ਕਿ ਅਸੀਂ ਹਰ ਸਾਲ ਮਨਾ ਲਿਆ ਤੇ ਅੱਗੇ ਤੁਰ ਪਏ, ਨਹੀਂ। ਸਾਡੇ ਗੁਰੂ ਨੇ ਜਦੋਂ ਨਿਤਨੇਮ ਦਾ ਟਾਈਮ ਹੋਇਆ, ਘੋੜੇ ਨੇ ਵੀ ਪੈਰ ਨਹੀਂ ਅੱਗੇ ਸੀ ਪੁੱਟਿਆ। ਤੇ ਅੱਜ ਅਸੀਂ ਜਿੱਥੇ ਸ਼ਹਾਦਤਾਂ ਦੇ ਦਿਹਾੜੇ ਮਨਾ ਰਹੇ ਹਾਂ ਨਾ, ਜਿੱਥੇ ਸਾਡੀਆਂ ਅੱਖਾਂ ਵਿੱਚੋਂ ਪਾਣੀ ਆ ਜਾਂਦਾ, ਸਾਹਿਬਜ਼ਾਦਿਆਂ ਦੇ ਪ੍ਰਥਾਏ ਕੋਈ ਸ਼ਬਦ ਸੁਣ ਕੇ ਜਾਂ ਕੋਈ ਕਵਿਤਾ ਕੋਈ ਰਾਗੀ ਸਿੰਘ ਗਾਉਂਦਾ ਉਹ ਸੁਣ ਕੇ, ਉੱਥੇ ਸਭ ਤੋਂ ਉੱਤਮ ਕਰਮ ਸਾਡਾ ਕੀ ਆ, ਜੋ ਗੁਰੂ ਨੇ ਸਾਨੂੰ ਕਿਹਾ ਕਿ ਸ਼ਬਦ ਗੁਰੂ ਦੇ ਲੜ ਲੱਗਣਾ, ਨਿਤਨੇਮ ਦੇ ਪੱਕੇ ਹੋਣਾ, 5 ਕਕਾਰਾਂ ਦੇ ਧਾਰਨੀ ਹੋਣਾ। ਗੁਰੂ ਸਾਹਿਬ ਜੀ ਨੇ ਸਾਰਾ ਪਰਿਵਾਰ ਇਸ ਕਰਕੇ ਵਾਰਿਆ ਸਾਡੇ ਉਤੋਂ ਸਾਧ ਸੰਗਤ ਜੀ। ਸਰਸਾ ਨਦੀ ਇਸ ਕਰਕੇ ਖੂਨ ਨਾਲ ਭਰ ਦਿੱਤੀ ਸਿੰਘਾਂ ਨੇ ਕਿ ਸਾਡਾ 5 ਬਾਣੀਆਂ ਦਾ ਘੱਟ ਤੋਂ ਘੱਟ ਨਿਤਨੇਮ ਤੇ ਪੱਕਾ ਹੋ ਜਾਏ। ਪਰ ਜੇ ਅੱਜ ਅਸੀਂ ਇਹਨਾਂ ਦਿਨਾਂ 'ਚ ਵੀ 5 ਬਾਣੀਆਂ ਤੇ ਚਲੋ ਨਹੀਂ ਕਈ ਪੜ੍ਹਦੇ, ਜੇ ਪੜ੍ਹਦੇ ਤਾਂ ਬਹੁਤ ਵੱਡੀ ਗੱਲ ਆ। ਜੇ ਅਸੀਂ ਜਪਜੀ ਸਾਹਿਬ ਨਹੀਂ ਪੜ੍ਹ ਪਾ ਰਹੇ ਇਹਨਾਂ ਦਿਨਾਂ ਵਿੱਚ ਇੱਕ ਉੱਠ ਕੇ, ਤੇ ਫਿਰ ਸਾਡੀ ਜ਼ਿੰਦਗੀ ਦੇ ਉੱਤੇ ਸੱਚੀ ਦੇ ਵਿੱਚ ਸਾਨੂੰ, ਮੈਂ ਹੁਣ ਉਹ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਫਿਰ ਸਾਡੇ ਉੱਤੇ ਧਿਕਾਰ ਹੈ, ਕਿਉਂਕਿ ਅਸੀਂ ਗੁਰੂ ਦੇ ਨਾਲ ਫਿਰ ਇੱਕ ਕਿਸਮ ਦਾ ਧੋਖਾ ਕਰ ਰਹੇ ਹਾਂ। ਅਸੀਂ ਗੁਰੂ ਸਾਹਿਬ ਜੀ ਦੇ ਨਾਲ ਇੱਕ ਕਿਸਮ ਦੀ ਵਾਅਦਾ ਖਿਲਾਫੀ ਕਰ ਰਹੇ ਹਾਂ। ਸਰਸਾ ਨਦੀ ਦਾ ਕਿਨਾਰਾ ਸਤਿਗੁਰੂ ਸਾਹਿਬ ਜੀ ਆਪਣੇ ਸਿੱਖਾਂ ਨਾਲ ਬਹਿ ਕੇ ਬੜੇ ਪਿਆਰ ਦੇ ਨਾਲ ਭਿੱਜ ਕੇ ਮਹਾਰਾਜ ਜੀ ਨਿਤਨੇਮ ਕਰਦੇ ਪਏ ਨੇ। ਮਹਾਰਾਜ ਜੀ ਆਪ ਗੁਰਬਾਣੀ ਜਿਹੜੀ ਆ ਸਿੱਖਾਂ ਨੂੰ ਪੜ੍ਹਾ ਰਹੇ ਆ ਤੇ ਨਾਲ ਆਪ ਪੜ੍ਹ ਰਹੇ ਆ। ਸਾਰਾ ਪਰਿਵਾਰ ਉਸ ਟਾਈਮ ਨਾਲ ਸੀ। ਪਾਰ ਕੀਤੀ ਸਰਸਾ ਨਦੀ, 3 ਹਿੱਸਿਆਂ 'ਚ ਪਰਿਵਾਰ ਵੰਡ ਗਿਆ। ਫਿਰ ਅੱਗੇ ਜਿਹੜੇ ਵਾਕੇ ਹੋਏ ਚਮਕੌਰ ਸਾਹਿਬ ਜਾ ਕੇ, ਕਿਵੇਂ ਮਹਾਰਾਜ ਨੇ ਆਪਣੇ ਲਾਲ ਆਪ ਹੱਥੀਂ ਤਿਆਰ ਕਰਕੇ ਤੋਰੇ, ਇਹ ਸਾਰਾ ਵਾਕਿਆ ਅਸੀਂ ਅੱਗੇ ਵਿਚਾਰਦੇ ਹਾਂ ਸਾਰਿਆਂ ਦੇ ਸਿੰਘਾਂ ਦੇ ਨਾਲ ਰਲ ਕੇ। ਸੋ ਇਹ ਬੇਨਤੀ ਮੇਰੀ ਹੈ ਕਿ ਨਿਤਨੇਮ ਨਾ ਛੱਡਿਓ ਆਪਣਾ ਇਹਨਾਂ ਦਿਨਾਂ ਦੇ ਵਿੱਚ। ਘੱਟ ਤੋਂ ਘੱਟ 5 ਬਾਣੀਆਂ, ਵੱਧ ਤੋਂ ਵੱਧ ਜਿੰਨਾ ਵੀ ਕਰ ਸਕਦੇ ਹੋ ਜੀ। ਚਲੋ ਗਿਆਨੀ ਅਮਰਿੰਦਰ ਸਿੰਘ ਜੀ, ਅਗਰ ਤੁਹਾਨੂੰ ਮੇਰੀ ਆਵਾਜ਼ ਸੁਣਦੀ ਤੇ ਮਾੜਾ ਜਿਹਾ ਹੱਥ ਖੜਾ ਕਰ ਦਿਓ। ਠੀਕ ਹੈ। ਚਮਕੌਰ ਸਾਹਿਬ ਦੇ ਵਿੱਚ ਜੋ ਵਾਕਿਆ ਹੋਇਆ, ਉਹਨੂੰ ਸੰਖੇਪ ਦੇ ਵਿੱਚ ਤੁਸੀਂ ਸੰਗਤਾਂ ਨੂੰ ਉਹਦੇ ਬਾਰੇ ਚਾਨਣਾ ਪਾਓ। ਇੱਕ ਤਾਂ ਜੀ ਜਿਹੜੇ ਦਿਨਾਂ ਦਾ ਖਿਆਲ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਕਿ ਤੇ 7 ਪੋਹ ਦੀ ਜਿਹੜੀ ਦਰਮਿਆਨੀ ਰਾਤ ਆ, ਮਹਾਰਾਜ ਉਸ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ ਤੇ ਠਾਰ ਦੀਆਂ ਪਗਡੰਡੀਆਂ ਥਾਨੀ ਮਹਾਰਾਜ ਹੁੰਦੇ ਹੋਏ ਸਤਿਗੁਰੂ ਮਹਾਰਾਜ ਕੀਰਤਪੁਰ ਸਾਹਿਬ ਮਹਾਰਾਜ ਨੇ ਜਲ ਛਕਿਆ ਹੈ। ਤੇ ਬਾਬਾ ਸੂਰਜਮਲ ਜਿਹੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੰਤਾਨ ਦੇ ਵਿੱਚੋਂ ਇੱਕ ਪਰਿਵਾਰ ਇੱਥੇ ਸੇਵਾ ਕਰਦਾ ਸੀ, ਉਹਨਾਂ ਨੂੰ ਮਹਾਰਾਜ ਨੇ ਕਿਹਾ ਕਿ ਤੁਸੀਂ ਰੁਕਣਾ, ਇੱਥੋਂ ਚਲੇ ਜਾਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਨੇ ਉਹ ਅੰਮ੍ਰਿਤ ਵੇਲੇ ਦੇ ਚੜਾਅ ਦੇ ਤਕਰੀਬਨ ਜਿਹੜਾ ਸੀ ਰਾਤ ਦੇ ਚੌਥੇ ਪਹਿਰ ਦੇ ਸਮੇਂ ਤੇ ਮਹਾਰਾਜ ਸਰਸਾਂ ਦੇ ਕਿਨਾਰੇ ਤੇ ਪਹੁੰਚੇ। ਪਿੱਛੋਂ ਪਹਾੜੀ ਰਾਜੇ ਤੇ ਜਿਹੜੀ ਸਾਂਝੀ ਫੌਜ ਸੀ, ਮੁਗਲੀਆ ਫੌਜ, ਇਹ ਵੀ ਪਿਛਲੇ ਪਾਸਿਓਂ ਜਿਹੜਾ ਸੀ ਇਹ ਪਿੱਛਾ ਕਰਦੇ ਹੋਏ ਇਹ ਮਗਰ ਪਹੁੰਚਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਇਦੋਂ ਮੈਂ ਬੇਨਤੀ ਕਰਦਾ ਗਿਆਨੀ ਜੀ,
ਤੁਸੀਂ ਚਮਕੌਰ ਨਹੀਂ ਦੀ ਗੜੀ ਮੈਂ ਤੱਕ ਚੱਲ ਬਸ ਜਾਓ, ਕਿਉਂਕਿ ਇਹ ਵਿਚਾਰਾਂ ਦੀ ਕਿਉਂਕਿ ਸਮਾਂ ਵੀ ਉਸ ਨਾਲ ਹੁੰਦਾ ਨਾ। ਹਾਂਜੀ ਗਿਆਨੀ ਅਮਰਿੰਦਰ ਸਿੰਘ ਜੀ। ਮੈਨੂੰ ਲੱਗਦਾ ਉਹਨਾਂ ਨੂੰ ਰੋਕਣਾ ਚਾਹੀਦਾ ਨਹੀਂ, ਵਿਚਾਰੇ ਬੜਾ ਸੋਹਣਾ ਦੱਸਣ ਡਏ ਸੀ। ਚਲੋ ਖੈਰ, ਉਹਨਾਂ ਦਾ ਫੇ ਨੈਟ ਦੀ ਪ੍ਰੋਬਲਮ ਪੈ ਗਈ। ਬਾੜਾ ਸਾਹਿਬ ਜੀ, ਚਮਕੌਰ ਦੀ ਗੜੀ ਦੇ ਵਿੱਚ ਕਿੱਡਾ ਵੱਡਾ ਜੇਰਾ ਹੋਊਗਾ ਕਿ ਆਪਣੇ ਹੱਥੀਂ ਜੇਰੇ ਤੋਂ ਪਹਿਲਾਂ ਇੱਕ ਬਾਪ, ਪਹਿਲੀ ਗੱਲ ਤਾਂ ਇੱਕ ਬਾਪ ਦਾ ਐਡਾ ਵੱਡਾ ਜੇਰਾ, ਉਦੋਂ ਪਹਿਲਾਂ ਸਾਹਿਬਜ਼ਾਦਿਆਂ ਦਾ ਕਿੱਡਾ ਵੱਡਾ ਜੇਰਾ ਹੋਵੇਗਾ। ਅਜੀਤ ਸਿੰਘ ਜੀ ਨੇ ਆਪ ਆਣ ਕੇ ਕਿਹਾ, ਬਾਬਾ ਜੁਝਾਰ ਸਿੰਘ ਜੀ ਨੇ ਆਪ ਆਣ ਕੇ ਕਿਹਾ ਕਿ ਅਸੀਂ ਵੀ ਮੈਦਾਨੇ ਜੰਗ ਵਿੱਚ ਜਾਣਾ। ਕਿੱਡਾ ਵੱਡਾ ਜੇਰਾ ਹੋਊਗਾ। ਬਹੁਤ ਬਹੁਤ ਹੀ ਸੋਹਣਾ, ਮਤਲਬ ਕਿ ਜਦੋਂ ਉਹ ਚਮਕੌਰ ਦੀ ਗੜੀ ਦੇ ਵਿੱਚ ਰਾਤ ਨੂੰ ਪੁੱਜੇ ਸਨ ਤੇ ਸਾਰੇ ਕੁਛ ਕੁ ਸਿੰਘ ਪਹਿਰੇ ਤੇ ਵੀ ਰਹੇ, ਕੁਛ ਕੁ ਆਰਾਮ ਵੀ ਕਰ ਰਹੇ ਸਨ, ਥੱਕੇ ਹੋਏ ਸਨ। ਹਾਂਜੀ, ਗੁਰੂ ਮਹਾਰਾਜ ਆਪ ਸਾਰਿਆਂ ਦਾ ਚਿਹਰਾ ਦੇਖ ਰਹੇ ਨੇ, ਸੁੱਤੇ ਪਿਆਂ ਦਾ, ਜਾਂ ਕਿਸੇ ਦੇ ਪੈਰ ਢੱਕਦੇ ਨੇ। ਉਸ ਤੋਂ ਬਾਅਦ ਜਦੋਂ ਸਵੇਰ ਨੂੰ ਲੜਾਈ ਦਾ ਸ਼ੁਰੂ ਹੁੰਦੀ ਹੈ, ਯੁੱਧ ਸ਼ੁਰੂ ਹੁੰਦਾ ਆ, ਉਸ ਦੇ ਵਿੱਚ ਪਹਿਲਾਂ ਤੇ ਬਾਬਾ ਅਜੀਤ ਸਿੰਘ ਜੀ ਉਹਨਾਂ ਦੇ ਨਾਲ 5 ਪਿਆਰਿਆਂ ਵਿੱਚੋਂ ਮਤਲਬ ਆਪਣੇ ਹਿੰਮਤ ਸਿੰਘ ਜੀ ਅਤੇ ਨਾਲ ਮੋਹਕਮ ਸਿੰਘ ਜੀ ਉਹਨਾਂ ਨੂੰ ਵੀ ਨਾਲ ਭੇਜਦੇ ਨੇ, ਤੇ ਬਾਬਾ ਅਜੀਤ ਸਿੰਘ ਜੀ ਨੂੰ ਤਿਆਰ ਕਰਕੇ, ਅਤੇ ਨਾਲ ਹੋਰ ਸਿੰਘ ਵੀ ਜਾਂਦੇ ਨੇ, ਤੇ ਉਹ ਘਮਸਾਣ ਦੀ ਲੜਾਈ ਕਰਦੇ ਨੇ। ਬਹੁਤ ਯੁੱਧ ਹੁੰਦਾ ਆ, ਬੜੇ ਆਹੂ ਲਾਉਂਦੇ ਨੇ, ਅਤੇ ਅੰਤ ਵਿੱਚ ਮਤਲਬ ਇਹ ਸ਼ਹੀਦੀ ਨੂੰ ਪ੍ਰਾਪਤ ਕਰ ਜਾਂਦੇ ਨੇ ਬਾਬਾ ਅਜੀਤ ਸਿੰਘ ਦੇ। ਅਤੇ ਮਗਰੋਂ ਫਿਰ ਇਸੇ ਤਰ੍ਹਾਂ, ਕਿਉਂਕਿ 17 ਸਾਲ ਦੀ ਉਮਰ ਸੀ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਜੀ, 14 ਸਾਲ ਦੀ ਉਮਰ ਸੀ, ਗੁਰੂ ਮਹਾਰਾਜ ਨੇ ਫਿਰ ਉਹਨਾਂ ਨੂੰ ਵੀ ਤਿਆਰ ਕੀਤਾ, ਉਹਨਾਂ ਨੂੰ ਵੀ ਮਤਲਬ ਕਿਹਾ, ਉਹਨਾਂ ਨੇ ਕਿਹਾ ਕਿ ਬਈ ਮੈਂ ਵੀ ਮਤਲਬ ਲੜਾਈ ਦੇ ਵਿੱਚ ਜਾਣਾ ਹੈ। ਗੁਰੂ ਮਹਾਰਾਜ ਨੇ ਕਿਹਾ ਕਿ ਵੀ ਨਹੀਂ, ਪਹਿਲਾਂ ਆਪਣੇ ਹੋਰ ਸਿੰਘ ਜਾਣ, ਪਰ ਲੇਕਿਨ ਉਹਨਾਂ ਨੇ ਉਹਨਾਂ ਨੂੰ ਵੀ ਤਿਆਰ ਕਰਕੇ ਉਹਨਾਂ ਦੇ ਨਾਲ ਫਿਰ ਸਾਹਿਬ ਸਿੰਘ, 5 ਪਿਆਰਿਆਂ ਦੇ ਵਿੱਚੋਂ ਸਾਹਿਬ ਸਿੰਘ, ਕਿਉਂਕਿ ਇੱਥੇ ਚਮਕੌਰ ਦੀ ਗੜੀ ਦੇ ਵਿੱਚ 3 ਸਾਹਿਬਜ਼ਾਦੇ ਸ਼ਹੀਦ ਹੋਏ ਸਨ ਜੀ, ਮੋਹਕਮ ਸਿੰਘ ਜੀ ਅਤੇ ਨਾਲ ਹਿੰਮਤ ਸਿੰਘ ਜੀ ਅਤੇ ਨਾਲ ਸਾਹਿਬ ਸਿੰਘ ਜੀ। ਪੰਜ ਪਿਆਰਿਆਂ ਚੋਂ ਬਾੜਾ ਸਾਹਿਬ, 5 ਪਿਆਰਿਆਂ ਚੋਂ 3 ਪਿਆਰੇ, ਨੌ ਸਾਹਿਬਜ਼ਾਦੇ, 3 ਪਿਆਰੇ, ਸੌਰੀ ਮਾਈ ਅਪੋਲੋਜਾਈਜ਼। ਹਾਂਜੀ, ਉਹ 2 ਸਾਹਿਬਜ਼ਾਦੇ ਨਾਲ 3 ਪਿਆਰੇ ਮਤਲਬ ਸ਼ਹੀਦ ਹੋਏ ਸਨ ਜੀ। ਅਤੇ ਨਾਲ ਨਾਲ ਫਿਰ ਜਦੋਂ ਗੁਰੂ ਮਹਾਰਾਜ ਨੂੰ ਸਾਰਿਆਂ ਨੇ ਰਲ ਕੇ ਕਿਹਾ ਕਿ ਗੁਰੂ ਮਹਾਰਾਜ ਤੁਸੀਂ ਹੁਣ ਚਮਕੌਰ ਦੀ ਗੜੀ ਛੱਡ ਦਿਓ, ਅਤੇ ਤੁਹਾਨੂੰ ਤੇ ਇਹ ਸਿੱਖ ਹੋਰ ਮਿਲ ਜਾਣਗੇ, ਪਰ ਸਾਨੂੰ ਹੋਰ ਗੁਰੂ ਨਹੀਂ ਮਿਲਣਾ। ਕਿਉਂਕਿ ਮੈਂ ਬਰੀਫਲੀ ਆਪਾਂ ਚੱਲਦੇ ਆਪਾਂ, ਕਿਉਂਕਿ ਇਤਿਹਾਸ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਗੁਰੂ ਮਹਾਰਾਜ ਦਾ ਇੰਨਾ ਵੱਡਾ ਆ। ਪਰ ਲੇਕਿਨ ਉੱਥੋਂ ਮੇਰੇ ਤਾੜੀ ਮਾਰ ਕੇ ਰਾਤ ਨੂੰ ਨਿਕਲੇ ਨੇ। ਪਰ ਲੇਕਿਨ ਇਸ ਤੋਂ ਪਹਿਲਾਂ ਉਹਨਾਂ ਨੇ, ਗੁਰੂ ਮਹਾਰਾਜ ਨੇ ਭਾਈ ਸੰਗਤ ਸਿੰਘ ਜੀ ਨੂੰ, ਜਿਨ੍ਹਾਂ ਨੂੰ ਸੰਤ ਸਿੰਘ ਵੀ ਕਿਹਾ ਜਾਂਦਾ ਆ, ਜਿਨ੍ਹਾਂ ਦਾ ਮੁਹਾਦਰਾ ਇਹਨਾਂ ਦੇ ਨਾਲ ਰਲਦਾ ਸੀ, ਇੰਨੀ ਹਾਈਟ ਸੀਗੀ, ਉਹਨਾਂ ਨੂੰ ਕਲਗੀ ਤੋੜਾ ਆਪਣੇ ਬਸਤਰ ਪਵਾ ਕੇ ਉੱਥੇ ਛੱਡਿਆ ਕਿ ਤੁਸੀਂ ਇੱਥੇ ਰਹੋ ਅਤੇ ਸਾਰਿਆਂ ਦੇ ਨਾਲ ਰਲ ਕੇ ਜੋ ਵੀ ਹੈ ਇਹਨਾਂ ਦਾ ਦੁਸ਼ਮਣ ਦਾ ਟਾਕਰਾ ਕਰੋ। ਅਤੇ ਇੱਥੇ ਹੀ ਇਹਨਾਂ ਨੂੰ ਭਾਈ ਸੰਗਤ ਸਿੰਘ ਨੂੰ ਸ਼ਹੀਦ ਕਰਕੇ ਮੁਗਲਾਂ ਨੇ ਇਹਨਾਂ ਦਾ ਸੀਸ ਲੈ ਕੇ ਔਰੰਗਜ਼ੇਬ ਕੋ ਗਏ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰ ਦਿੱਤਾ ਗਿਆ। ਮੈਂ ਮਾਰ ਦਿੱਤਾ ਲਫ਼ਜ਼ ਕਹਿੰਦਾ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਸ਼ਹੀਦ ਨਹੀਂ, ਪਰ ਸਾਡੇ ਲਈ ਸ਼ਹੀਦ ਕਰ ਦਿੱਤਾ ਗਿਆ ਆ। ਪਰ ਲੇਕਿਨ ਗੁਰੂ ਮਹਾਰਾਜ ਉੱਥੋਂ ਤਾੜੀ ਮਾਰ ਕੇ ਨਿਕਲੇ ਸਨ, ਅਤੇ ਨਾਲ ਇਹਨਾਂ ਦੇ ਭਾਈ ਦਇਆ ਸਿੰਘ ਜੀ ਅਤੇ ਭਾਈ ਤਰਨ ਸਿੰਘ ਜੀ, ਭਾਈ ਮਾਨ ਸਿੰਘ ਜੀ ਇਹ ਨਿਕਲੇ ਸਨ। ਪਰ ਲੇਕਿਨ ਉਸ ਤੋਂ ਬਾਅਦ ਫਿਰ ਵੀ ਇਹਨਾਂ ਦਾ ਵਿਛੋੜਾ ਰਾਤੋਂ ਰਾਤ ਪੈ ਜਾਂਦਾ। ਇੱਥੇ ਤੱਕ ਇਹ ਵੀ ਮੈਂ ਕਹਿ ਦਵਾਂ, ਭਾਈ ਦਇਆ ਸਿੰਘ ਜੀ ਨੇ ਇਹ ਵੀ ਕਿਹਾ ਸੀਗਾ ਕਿ ਆਪਾਂ ਇੱਥੋਂ ਜਾ ਰਹੇ ਹਾਂ, ਸਾਹਿਬਜ਼ਾਦੇ ਸਾਡੇ ਇੱਥੇ ਪਏ ਨੇ, ਇਹਨਾਂ ਦਾ ਤੁਸੀਂ ਅੰਤਮ ਮੂੰਹ ਢੱਕ ਦਿਓ, ਇਹਨਾਂ ਦੇ ਕੱਪਣ ਤੇ ਪਾ ਦਿਓ। ਉਹ ਕਹਿੰਦੇ ਕਿ ਬਈ ਮੈਂ ਲੋਕਾਂ ਤੋਂ ਜਾਣੀ, ਸੰਗਤਾਂ ਤੋਂ ਜਾਣੀ, ਬਾਹਰ ਗੱਲਾਂ ਨਹੀਂ ਕਹਾਣੀਆਂ ਕਿ ਵੀ ਆਪਣੇ ਮੁੰਡਿਆਂ ਦੇ ਉੱਪਰ ਕੱਪੜਾ ਕਫਨ ਪਾ ਗਏ ਨੇ, ਮੇਰੇ ਬਾਕੀ ਸਿੰਘ ਵੀ ਇਸੇ ਤਰ੍ਹਾਂ ਦੇ ਨੇ, ਉਹ ਉਹਨਾਂ ਨੂੰ ਉਸੇ ਤਰ੍ਹਾਂ ਛੱਡ ਕੇ ਗਏ ਨੇ। ਕਿੱਡਾ ਵੱਡਾ ਜਿਗਰਾ ਹੋਏਗਾ ਜੀ। ਜਿਹੜੀ ਗੱਲ ਤੁਸੀਂ ਕਹੀ ਨਾ ਜੀ ਕਿ ਗੁਰੂ ਮਹਾਰਾਜ ਨੇ ਬਹੁਤ ਵੱਡੇ ਜਿਗਰੇ ਨਾਲ, ਕਿਉਂਕਿ ਜੇ ਆਪਾਂ ਗੁਰੂ ਮਹਾਰਾਜ ਮੈਂ ਇੱਥੇ ਗੱਲ ਹੋਰ ਇੱਕ ਮਾੜਾ ਜਿਹਾ ਉਹ ਸਾਈਡ ਨੂੰ ਜਾਣਾ ਕਿ ਜੇ ਆਪਾਂ ਦੇਖਿਆ ਜਾਵੇ ਕਿ ਗੁਰੂ ਮਹਾਰਾਜ ਦੀ ਵਡਿਆਈ ਜਿਹੜੇ ਹਿੰਦੂ ਮੱਤ ਦੇ, ਸਨਾਤਨੀ ਮੱਤ ਦੇ ਵਿੱਚ ਵੀ ਲਾਲਾ ਦੌਲਤ ਰਾਏ ਨੇ ਵੀ ਗੁਰੂ ਮਹਾਰਾਜ ਦੀ ਬੜੀ ਵੱਡੀ ਵਡਿਆਈ ਕੀਤੀ ਆ। ਉਸ ਤੋਂ ਬਾਅਦ ਜੇ ਈਸਾਈ ਮੱਤ ਵਿੱਚ ਦੇਖਿਆ ਜਾਵੇ, ਈਸਾਈ ਮੱਤ ਦੇ ਵਿੱਚ ਮੁਖਾਲਿਫ ਨੇ ਵੀ ਬਹੁਤ ਵੱਡੀ ਇਹਨਾਂ ਦੀ ਮਤਲਬ ਵਡਿਆਈ ਕੀਤੀ ਆ। ਇਸੇ ਤਰ੍ਹਾਂ ਇਸਲਾਮ ਦੇ ਵਿੱਚੋਂ ਵੀ ਦੇਖਿਆ ਜਾਵੇ, ਅੱਲਾ ਜੋਗੀ, ਅੱਲਾ ਖਾਨ ਮਤਲਬ ਕਿ ਜੋਗੀ ਜੀ, ਉਸਨੇ ਵੀ ਜਿਹੜੇ ਆਮ ਸੇਖਾਂ ਤੋਂ, ਹਾਂਜੀ, ਆਮ ਜੋ ਕਥਾਵਾਚਕ ਤੇ ਗਾਇਕ ਜਿਹੜੇ ਰਾਗੀ ਪੁਰਸ਼ ਨੇ,
ਜਾਂ ਢਾਡੀ ਜਿਹੜੇ ਉਹ ਇਹਨਾਂ ਦੀ ਗਾਤਾ ਗਾਉਂਦੇ ਨੇ। ਸੋ ਮਤਲਬ ਗੁਰੂ ਮਹਾਰਾਜ ਦੀ ਵਡਿਆਈ ਤਾਂ ਅਸੀਂ ਕਰ ਹੀ ਨਹੀਂ ਸਕਦੇ, ਸਾਡੀ ਤਾਂ ਜੇਬਾਂ ਹੀ ਨਹੀਂ ਹੈਗੀ ਕਿ ਉਹਨਾਂ ਦੀ ਵਡਿਆਈ ਕਰ ਸਕੀਏ। ਪਰ ਲੇਕਿਨ ਆਪਾਂ ਇਹ ਜ਼ਰੂਰ ਆ ਕਿ ਜਦੋਂ ਗੁਰੂ ਮਹਾਰਾਜ ਮਾਛੀਵਾੜੇ ਦੇ ਜੰਗਲਾਂ 'ਚ ਗਏ ਨੇ, ਉੱਥੇ ਜਾ ਕੇ ਫਿਰ ਇਹਨਾਂ ਨੇ ਆਪਣਾ ਸ਼ਬਦ ਉਚਾਰਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਹਾਂਜੀ, ਸੋ ਮਤਲਬ ਬਾਕੀ ਇਤਿਹਾਸ ਭਾਈ ਸਾਹਿਬ ਤੋਂ ਕੀ ਪੁੱਛਦੇ ਆ, ਥੋੜਾ ਥੋੜਾ ਨਾਲ ਨਾਲ ਹਾਂਜੀ। ਚੱਲਦੇ ਜਾਂਦੇ ਆਪਾਂ। ਬਾਣਾ ਹਾਂਜੀ। ਸਾਹਿਬ ਮੈਂ ਤੁਹਾਡਾ ਧੰਨਵਾਦੀ ਆ। ਅੱਲਾ ਜਾਰਖਾਂ ਜੋਗੀ ਨੂੰ ਮੁਸਲਮਾਨ ਜੋਗੀ। ਧਰਮ ਨੇ ਆਪਣੇ ਧਰਮ ਚੋਂ ਵੀ ਕੱਢਤਾ ਸੀ, ਮਰਦੇ ਜੀ, ਦਮ ਜੀ। ਤੱਕ ਉਹ ਆਇਆ ਨਹੀਂ। ਉਹਦੇ ਕੋਲ ਮੌਲਵੀ ਵੀ ਆਏ ਉਹਨੂੰ ਕਹਿਣ ਲਈ ਕਿ ਵਾਹ ਤੂੰ ਜੀ। ਮਾਫੀ ਮੰਗ ਲਾ ਤੇ ਤੂੰ ਮੁਸਲਮਾਨ ਜੀ। ਧਰਮ ਚ ਵਾਪਸ ਆ ਸਕਦਾ। ਉਹ ਕਹਿੰਦਾ ਮੈਂ ਆਉਣਾ ਹੀ ਨਹੀਂ, ਮਰਨੀ ਮਰ ਵਾਹ ਗਿਆ, ਜੀ। ਲੇਕਿਨ ਉਹ ਆਇਆ ਨਹੀਂ। ਗਿਆਨੀ ਅਮਰਿੰਦਰ ਸਿੰਘ ਜੀ, ਤੁਹਾਨੂੰ ਮੈਂ ਲਿਜਾਣਾ ਚਾਹਾਂਗਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ, ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਜਿੱਥੇ ਵਿਕੀ ਅੱਜ ਤੱਕ ਵੀ। ਉੱਥੇ ਉਹ ਜਿੰਦਾਂ 7 ਤੇ 9 ਸਾਲ ਦੀਆਂ ਜਿੰਦਾਂ, ਜਿਨ੍ਹਾਂ ਦੇ ਕਿੱਡੇ ਵੱਡੇ ਜੇਰੇ, ਜਿਨ੍ਹਾਂ ਨੇ ਨੀਹਾਂ 'ਚ ਖੜ ਕੇ ਆਨ ਨਹੀਂ ਮੰਨੀ, ਜਕਾਰੇ ਛੱਡਦੇ ਰਹੇ, ਸ਼ਹੀਦੀ ਪ੍ਰਾਪਤ ਕੀਤੀ। ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ? ਹਾਂਜੀ ਗਿਆਨੀ ਜੀ। ਰਾਮੇਵਾਲ ਸਾਹਿਬ, ਹਾਂਜੀ ਰਾਮੇਵਾਲ ਸਾਹਿਬ ਦੇਖੋ, 7 ਪੋਹ ਦੇ ਵਿਛੜੇ ਨੇ ਮਾਂ ਤੇ ਛੋਟੇ ਸਾਹਿਬਜ਼ਾਦੇ। 7 ਪੋਹ ਦੀ ਸ਼ਾਮ ਨੂੰ ਉਹਨਾਂ ਨੇ ਜਿਹੜਾ ਸੀ ਉਹ ਕੁੰਮੇ ਮਾਸ਼ਕੀ ਦੇ ਘਰ ਤੋਂ ਪ੍ਰਸ਼ਾਦ ਲక్ష్ਮੀ ਬ੍ਰਾਹਮਣੀ ਨੇ ਛਕਾਇਆ। 8 ਪੋਹ ਦੀ ਰਾਤ ਨੂੰ ਉਹਨਾਂ ਨੇ ਗੰਗੂ ਦੇ ਘਰ ਚੋਂ ਜਿਹੜਾ ਕੇਵਲ ਮਿੱਠਾ ਪਤਾਸੇ ਛਕੇ, ਤੇ 8 ਪੋਹ ਤੋਂ ਲੈ ਕੇ 9 ਨੂੰ ਉਹਨਾਂ ਨੂੰ ਮਿਲਿਆ ਜਾਂਦਾ ਹੈ। 10, 11 ਤੇ 12 3 ਪੋਹ ਜਿਹੜੇ ਨੇ ਇਹ 3 ਦਿਨ ਬਣਦੇ ਨੇ। 10 ਪੋਹ, 11 ਪੋਹ ਤੇ 12 ਪੋਹ, ਇਹ 3 ਰਾਤਾਂ ਜਿਹੜੀਆਂ ਨੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਹੈ। ਨਾ ਖਾਣ ਨੂੰ ਕੁਝ ਦਿੱਤਾ ਜਾਂਦਾ ਹੈ, ਨਾ ਕੋਈ ਗਰਮ ਕੱਪੜਾ ਦਿੱਤਾ ਜਾਂਦਾ ਹੈ। ਔਰ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਜੇਕਰ ਇਹ ਈਨ ਮੰਨ ਲੈਣ ਤੇ ਤਾਂ ਇਹਨਾਂ ਨੂੰ ਜਿਹੜਾ ਆ ਕੋਈ ਖਾਣ ਵਾਸਤੇ ਜਾਂ ਇਹਨਾਂ ਨੂੰ ਕੋਈ ਕੱਪੜਾ ਦਿੱਤਾ ਜਾਵੇ। ਇਹਨਾਂ 3 ਦਿਨਾਂ ਦੇ ਵਿੱਚ ਕੇਵਲ ਇੱਕ ਦਿਨ ਜਿਹੜਾ ਸੀ, ਬਾਬਾ ਮੋਤੀ ਰਾਮ ਮਹਿਰਾ ਨੇ ਆਪਣੇ ਪਰਿਵਾਰ ਦੇ ਗਹਿਣੇ ਗੱਟੇ ਜੋ ਕੁਝ ਉਹਦੇ ਕੋਲ ਸੀ ਉਹ ਸਾਰਾ ਕੁਝ ਵੇਚ ਕਰਕੇ, ਰਿਸ਼ਵਤ ਦੇ ਤੌਰ ਤੇ ਦੇ ਕਰਕੇ, ਸਿਰਫ ਇੱਕ ਰਾਤ ਦੀ ਉਹਨੇ ਸੇਵਾ ਦੁੱਧ ਪਿਆਉਣ ਦੀ ਲਈ। ਹੁਣ ਇਹ ਜਿਹੜੇ 3 ਰਾਤਾਂ ਜਿਹੜੀਆਂ ਨੇ ਇਹ ਠੰਡੇ ਬੁਰਜ ਦੇ ਵਿੱਚ ਗੁਜ਼ਰੀਆਂ, ਪਰ ਜਿਹੜੇ 3 ਦਿਨ ਨੇ ਇਹ ਵੀ ਜਿਹੜੇ ਸੀ ਇਹ ਅਕੈਦ ਤੇ ਅਸਹਿ ਸੀ ਇਹਨਾਂ ਵਾਸਤੇ, ਸਾਹਿਬਜ਼ਾਦਿਆਂ ਵਾਸਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲਾ ਨੂੰ ਜਿਸ ਦਿਨ ਪਹਿਲੇ ਦਿਨ ਦਰਬਾਰ 'ਚ ਪੇਸ਼ ਕੀਤਾ ਜਾਂਦਾ ਹੈ ਤੇ ਜਿਹੜਾ ਕਿਲੇ ਦਾ, ਉਸ ਦਰਬਾਰ ਦਾ, ਕਚਹਿਰੀ ਦਾ ਦਰਵਾਜ਼ਾ ਵੱਡਾ ਬੰਦ ਕੀਤਾ ਜਾਂਦਾ ਹੈ, ਤੇ ਜਿਹੜੀ ਛੋਟੀ ਖਿੜਕੀ ਖੋਲੀ ਜਾਂਦੀ ਹੈ ਕਿ ਇਹਦੇ ਵਿੱਚੋਂ ਦੀ ਇਹ ਅੰਦਰ ਆਉਣ ਤੇ ਇਹਨਾਂ ਦਾ ਸਿਰ ਝੁਕੇਗਾ ਤੇ ਅਸੀਂ ਕਵਾਂਗੇ ਕਿ ਨਵਾਬ ਦੇ ਕੇ ਇਹਨਾਂ ਨੇ ਸਿਰ ਝੁਕਾ ਦਿੱਤਾ। ਪਰ ਸਾਹਿਬਜ਼ਾਦਿਆਂ ਦੀ ਦੇਖੋ, ਉਹਨਾਂ ਦੇ ਅੰਦਰ ਦਿਆਨਤਦਾਰੀ ਕਿੰਨੀ ਸੀ, ਜਾਂ ਉਹਨਾਂ ਦੇ ਖੂਨ ਦੇ ਵਿੱਚ ਸਿੱਖੀ ਦੇ ਪ੍ਰਤੀ ਜਜ਼ਬਾ ਕਿੰਨਾ ਸੀ ਕਿ ਉਹ ਇੱਕਦਮ, ਹਾਲਾਂਕਿ ਮਾਤਾ ਜੀ ਸਾਰੀ ਰਾਤ ਸਮਝਾਉਂਦੇ ਰਹੇ ਕਿ ਦੇਖਿਓ ਕਿਤੇ ਤੁਹਾਡੇ ਦਾਦਾ ਦੀ, ਤੁਹਾਡੇ ਪਿਤਾ ਦੀ ਪੱਗ ਨੂੰ ਦਾਗ ਨਾ ਲੱਗੇ, ਪਰ ਜਦੋਂ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਦੇਖਣ ਵਾਲੀ ਗੱਲ ਹੈ ਕਿ ਅਸੀਂ ਕਵਾਂਗੇ ਜੀ ਉਮਰਾਂ ਕੇਵਲ 7 ਤੇ 9 ਸਾਲ ਦੀਆਂ ਨੇ, ਪਰ ਉਹਨਾਂ ਦੇ ਅੰਦਰ ਸਿਆਣਪ ਇੰਨੀ ਜ਼ਿਆਦਾ ਹੈ। ਸ਼ੇਖ ਸਾਦੀ ਦਾ ਬੜਾ ਪਿਆਰਾ ਬਚਨ ਹੈ ਜੀ, ਬਜ਼ੁਰਗੀ ਬਾ ਅਕਲ ਅਸਤ ਨਾ ਕੀ ਬਮਾਲ, ਕਿ ਸਿਆਣਪ ਜਿਹੜੀ ਆ ਉਹ ਕੇਵਲ ਚਿੱਟੇ ਵਾਲ, ਦਾੜਾ ਚਿੱਟਾ ਹੋਣ ਕਰਕੇ ਨਹੀਂ ਆਉਂਦੀ। ਸਿਆਣਪ ਜਿਹੜੀ ਆ ਉਹਦਾ ਸੰਬੰਧ ਅਕਲ ਨਾਲ ਹੁੰਦਾ ਹੈ, ਨਾ ਕਿ ਵੱਡੀ ਉਮਰ ਦੇ ਨਾਲ ਹੁੰਦਾ ਹੈ। ਤੇ ਇਹਨਾਂ ਨੂੰ ਅਸੀਂ ਇਸੇ ਕਰਕੇ ਸਾਹਿਬਜ਼ਾਦੇ ਨੂੰ ਬਾਬੇ ਸ਼ਬਦ ਕਹਿੰਦੇ ਆ, ਕਿਉਂਕਿ ਉਹ ਛੋਟੀ ਉਮਰ ਦੇ ਵਿੱਚ ਹੁੰਦਿਆਂ ਹੋਇਆਂ ਬਹੁਤ ਸਿਆਣੇ ਸੀ। ਪਰ ਅੱਜ ਅਸੀਂ ਦੇਖਦੇ ਹਾਂ ਕਿ ਜਿੱਥੇ ਸਿੱਖ ਦੇ ਕਿਰਦਾਰ ਦੀ ਗੱਲ ਕੀਤੀ ਜਾਂਦੀ ਤੇ ਸਿੱਖ ਦਾ ਕਿਰਦਾਰ ਬੜੀ ਛੇਤੀ ਲੋਕਾਂ ਦੇ ਪਿੱਛੇ ਵੀ ਲੱਗਦਾ ਹੈ ਤੇ ਲੋਕਾਂ ਦੇ ਅੱਗੇ ਵੀ ਜਿਹੜਾ ਨਕਮਸਤਕ ਹੋਣ ਵਾਸਤੇ ਲੰਮੇ ਪੈ ਕਰਕੇ ਡੰਡੌਤ ਕਰਨ ਨੂੰ ਵੀ ਤਿਆਰ ਹੋ ਜਾਂਦਾ ਹੈ। ਪਰ ਇਹ ਕਦੀ ਨਹੀਂ ਸੋਚਦਾ ਕਿ ਇਹਦੇ ਨਾਲ ਮੇਰਾ ਗੁਰੂ ਕੀ ਸੋਚੇਗਾ, ਇਹਦੇ ਨਾਲ ਸਿੱਖੀ ਦੇ ਉੱਤੇ ਕੀ ਅਸਰ ਹੋਵੇਗਾ। ਸੋ ਰਾਮੇਵਾਲ ਸਾਹਿਬ, ਉਹ 3 ਦਿਨ ਜਿਹੜੇ ਸਨ ਨਾ ਉਹ ਵੀ ਘੱਟ ਨਹੀਂ ਸੀ। ਦੁਨਾ ਸਿੰਘ ਹੰਡੂਰੀਆ ਦੀ ਕਿਤਾਬ ਹੈ ਜੀ, ਇੱਕ ਕਥਾ ਗੁਰਸੁਤਨ ਕੀ, ਉਹਦੇ ਵਿੱਚ ਦੁਨਾ ਸਿੰਘ ਹੰਡੂਰੀਆ ਕਹਿੰਦਾ ਹੈ ਕਿ ਪਹਿਲੇ ਦਿਨ ਸਾਹਿਬਜ਼ਾਦਿਆਂ ਨੂੰ ਡਰਾਇਆ ਧਮਕਾਇਆ ਗਿਆ, ਲਾਲਚ ਦਿੱਤੇ ਗਏ, ਇਹ ਵੀ ਗੱਲ ਆਖੀ ਗਈ ਕਿ ਤੁਹਾਡੀ ਰਾਤ ਜਿਹੜੀ ਸੀ ਇਹ ਠੰਡੇ ਬੁਰਜ ਦੇ ਵਿੱਚ ਗੁਜ਼ਰੀ ਆ, ਤੁਹਾਡਾ ਦਿਨ ਜਿਹੜਾ ਵਾ ਉਹ ਮਹਿਲਾਂ ਦੇ ਵਿੱਚ ਗੁਜ਼ਰ ਸਕਦਾ ਜੇਕਰ ਤੁਸੀਂ ਸਾਡੀ ਗੱਲ ਮੰਨ ਲਓ। ਹਾਲਾਂਕਿ ਜਦੋਂ ਮਰਿੰਡੇ ਤੋਂ ਉਹਨਾਂ ਨੂੰ ਸਰਹੰਦ ਵਿਖੇ ਲਿਆਂਦਾ ਗਿਆ ਤੇ ਸਾਹਿਬਜ਼ਾਦਿਆਂ ਦੇ ਹੱਥਾਂ ਦੇ ਵਿੱਚ, ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਗਈਆਂ ਸੀ, ਮਾਤਾ ਦੇ ਪੈਰਾਂ ਦੇ ਵਿੱਚ, ਹੱਥਾਂ 'ਚ ਬੇੜੀਆਂ ਸੀ, ਤੋੜ ਕੇ ਲਿਆਂਦਾ ਗਿਆ
ਤੇ ਇਹ 7 ਤੇ 9 ਸਾਲ ਦੇ ਜਿਹੜੇ ਬਾਬੇ ਨੇ ਸਾਡੇ, ਇਹਨਾਂ ਦੇ ਹੱਥਾਂ ਦੇ ਵਿੱਚੋਂ ਖੂਨ ਰਿਸਦਾ ਪਿਆ ਸੀ, ਖੂਨ ਸਿੰਮਦਾ ਪਿਆ ਸੀ। ਔਰ ਜਦੋਂ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਹੈ, ਠੰਡਾ ਬੁਰਜ ਇਸ ਕਰਕੇ ਕਹਿੰਦੇ ਸੀ ਕਿ ਇਹਦੇ ਲਾਗੋਂ ਇੱਕ ਜਿਹੜੀ ਆਰਟੀਫਿਸ਼ਲ ਤੌਰ ਤੇ ਇੱਕ ਨਦੀ ਕੱਢੀ ਗਈ ਸੀ, ਜਿਹਨੂੰ ਹੰਸਲਾ ਨਦੀ ਕਹਿੰਦੇ ਸੀ, ਜਿੰਦਾ ਪਾਣੀ ਇਸ ਬੁਰਜ ਦੇ ਨਾਲ ਖਹਿ ਕੇ ਲੰਘਦਾ ਸੀ, ਜਿੰਦੇ ਕਰਕੇ ਗਰਮੀਆਂ ਦੇ ਵਿੱਚ ਵੀ ਇੱਥੇ ਠੰਡੀ ਹਵਾ ਆਉਂਦੀ ਸੀ। ਸੋ ਗਰਮੀਆਂ 'ਚ ਜਿੱਥੇ ਠੰਡੀ ਹਵਾ ਮਿਲਦੀ ਹੋਵੇ, ਠੰਡ ਲੱਗਦੀ ਹੋਵੇ, ਉੱਥੇ ਸਿਆਲ ਦੇ ਦਿਨਾਂ ਵਿੱਚ, ਪੋਹ ਦੇ ਦਿਨਾਂ ਵਿੱਚ ਕਿੰਨੀ ਠੰਡ ਹੋਵੇਗੀ। ਸੋ ਸਾਹਿਬਜ਼ਾਦਿਆਂ ਨੂੰ ਜਿਹੜਾ ਸਵੇਰ ਦੇ ਗਿਆਨੀ ਹੋਣਾ ਦੀ ਆਵਾਜ਼ ਫਿਰ ਕੱਟ ਹੋ ਗਈ, ਉਹਨਾਂ ਦਾ ਨੈਟ ਦੀ ਕਿਤੇ ਪ੍ਰੋਬਲਮ ਲੱਗਦੀ ਆ। ਗਿਆਨੀ ਹਰਦੀਪ ਸਿੰਘ ਜੀ, ਬੇਨਤੀ ਤੁਹਾਨੂੰ ਇਹ ਹੈ, ਕਿਉਂਕਿ ਸੰਗਤਾਂ ਆਪਾਂ ਨੂੰ ਦੇਖ ਰਹੀਆਂ ਤੇ ਉਹ ਜਾਨਣਾ ਚਾਹੁੰਦੀਆਂ, ਤੁਸੀਂ ਇੱਥੋਂ ਹੀ ਜਿੱਥੋਂ ਗਿਆਨੀ ਅਮਰਿੰਦਰ ਸਿੰਘ ਜੀ ਦੀ ਆਵਾਜ਼ ਬੰਦ ਹੋਈ, ਤੁਸੀਂ ਵੀ ਕਥਾ ਵਾਚਕੋ, ਇੱਥੋਂ ਹੀ ਸ਼ੁਰੂ ਕਰ ਦਿਓ ਪਲੀਜ਼। ਬਿਲਕੁਲ ਜੀ, ਬਿਲਕੁਲ। ਕਿਉਂਕਿ ਇਹ ਇਤਿਹਾਸ ਜਿਹੜਾ ਆ ਹਰ ਸਾਲ ਦੁਹਰਾਇਆ ਜਾਂਦਾ, ਔਰ ਹਰ ਸਾਲ ਇਹਨੂੰ ਜਿੰਨੀ ਵਾਰੀ ਪੜ੍ਹੋ ਉਨੀ ਵਾਰੀ ਇਹ ਨਵਾਂ ਲੱਗਦਾ। ਜਿੱਥੋਂ ਗਿਆਨੀ ਜੀ ਨੇ ਛੱਡਿਆ, ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਜੀ ਦੇ ਨਾਲ ਦੋਨੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦੀਆਂ ਪੇਸ਼ੀਆਂ ਤੇ ਪੇਸ਼ੀਆਂ ਜਦੋਂ ਮੁਗਲਿਆ ਹਕੂਮਤ ਨੇ ਆਪਣੇ ਦਰਬਾਰ ਦੇ ਵਿੱਚ ਸ਼ੁਰੂ ਕੀਤੀਆਂ। ਕਿਉਂਕਿ ਗੱਲ ਹੁਣ ਅਸੀਂ ਕਰਨੀ ਹੈ ਕਿ ਸਿੱਖ ਨੂੰ ਜਦੋਂ ਕਿਸੇ ਵੀ ਤਰੀਕੇ ਨਾਲ ਸਰਕਾਰਾਂ ਹਰਾ ਨਾ ਸਕਣ, ਨੀਵਾਂ ਨਾ ਕਰ ਸਕਣ, ਤੇ ਸਿੱਖ ਦੀ ਫਿਰ ਸ਼ਹਾਦਤ ਹੁੰਦੀ ਹੈ। ਤੇ ਇਹ ਸ਼ਹਾਦਤ ਗੁਰੂ ਕੇ ਲਾਲਾ ਨੇ ਛੋਟੀ ਉਮਰ ਦੇ ਵਿੱਚ ਵੱਡੇ ਜਜ਼ਬੇ ਦੇ ਨਾਲ ਸਾਨੂੰ ਸਮਝਾ ਦਿੱਤੀਆਂ। ਜਦੋਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਉਹਨਾਂ ਨੇ, ਅਸੀਂ ਉਹ ਵਾਕਿਆ ਸਾਰੇ ਜਾਣੇ ਬੜਾ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗੇਟ ਦਾ ਦਰਵਾਜ਼ਾ ਜਿਹੜਾ ਆ ਉਹ ਛੋਟਾ ਦਰਵਾਜ਼ਾ ਖੋਲ੍ਹਿਆ ਤਾਂ ਕਿ ਝੁਕ ਕੇ ਅੱਗੇ ਨੂੰ ਲੰਘਣ। ਸਿੱਖ ਜਿਹੜਾ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ 5 ਕਕਾਰਾਂ ਦਾ ਧਾਰਨੀ ਆ, 5 ਬਾਣੀ ਨਿਤਨੇਮੀ ਆ, ਉਹਨੂੰ ਇਹ ਸੋਝੀ ਫਿਰ ਆ ਜਾਂਦੀ ਆ ਕਿ ਮੈਨੂੰ ਵੈਰੀ ਜਿਹੜਾ ਆ ਉਹ ਝੁਕਾਉਣਾ ਚਾਹੁੰਦਾ ਆ। ਜਦੋਂ ਸਾਹਿਬਜ਼ਾਦਿਆਂ ਨੂੰ ਮੁਗਲੀਆ ਹਕੂਮਤ ਨੇ ਆਪਣੇ ਦਰਬਾਰ 'ਚ ਬੁਲਾਇਆ, ਨਵਾਬ ਨੇ, ਤੇ ਛੋਟਾ ਦਰਵਾਜ਼ਾ ਜਿਹੜਾ ਆ ਉਹ ਖੋਲ੍ਹਿਆ ਗਿਆ ਵੀ ਇਹ ਝੁਕ ਕੇ ਲੰਘਣਗੇ ਤੇ ਅਸੀਂ ਸਾਰੇ ਜਣੇ ਤਾੜੀਆਂ ਮਾਰ ਕੇ ਕਹਿ ਦਾਂਗੇ ਗੁਰੂ ਕੇ ਲਾਲ ਝੁਕੇ। ਪਰ ਸਾਧ ਸੰਗਤ ਜੀ, ਭਾਈ ਰਾਮੇਵਾਲ ਸਾਹਿਬ ਜੀ, ਵੀਰ ਜੀ, ਸਾਹਿਬਜ਼ਾਦੇ ਕੌਣ ਸਨ? ਸਾਹਿਬਜ਼ਾਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ। ਉਸ ਗੁਰੂ ਦੇ ਲਾਲ ਜਿਹਨੇ ਵੱਡਿਆਂ ਵੱਡਿਆਂ ਦੇ ਰਾਜਿਆਂ ਮਹਾਰਾਜਿਆਂ ਦੇ ਸਿਰ ਝੁਕਾ ਦਿੱਤੇ ਸੀ, ਉਹ ਲਾਲ ਕਿਵੇਂ ਝੁਕ ਜਾਂਦੇ? ਤੇ ਫਿਰ ਮਾਤਾ ਗੁਜਰ ਕੌਰ ਜੀ ਦੇ ਪੜ੍ਹਾਏ ਹੋਏ, ਮਾਤਾ ਗੁਜਰ ਕੌਰ ਜੀ ਦੇ ਚੰਡੇ ਹੋਏ, ਗੁਰਬਾਣੀ ਦੀਆਂ ਲੋਰੀਆਂ ਦੇ ਨਾਲ ਸਿਖਾਏ ਹੋਏ ਲਾਲ ਜਿਹੜੇ ਸਨ, ਉਹ ਕਿਵੇਂ ਝੁਕ ਸਕਦੇ ਸਨ? ਤੇ ਸਾਹਿਬਜ਼ਾਦਿਆਂ ਨੇ ਜਦੋਂ ਆਪਣੇ ਚਰਨ ਅੰਦਰ ਦਰਵਾਜ਼ੇ ਦੇ ਕੀਤੇ, ਸਭ ਤੋਂ ਪਹਿਲਾਂ ਜਦੋਂ ਚਰਨ ਅੰਦਰ ਕੀਤੇ, ਤੇ ਜਿਹੜਾ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਪਿਆ ਹੋਇਆ ਜੋੜਾ ਸੀ, ਜਿਹਨੂੰ ਅਸੀਂ ਸਾਰਾ ਸਿੱਖ ਜਗਤ ਅਗਰ ਸਾਨੂੰ ਮਿਲ ਜਾਣ ਤਾਂ ਅਸੀਂ ਆਪਣੇ ਮੱਥੇ ਨੂੰ ਬਾਰ-ਬਾਰ ਲਾਈਏ, ਪਰ ਵੈਰੀਆਂ ਨੂੰ ਸਾਹਮਣੇ ਏਦਾਂ ਦੀਵਾਰ ਬਣ ਕੇ ਟੱਕਰਿਆ ਜਿਵੇਂ ਮਾਨੋ ਵੈਰੀਆਂ ਦੇ ਮੂੰਹ ਦੇ ਉੱਤੇ ਕੱਸ ਕੇ ਚਪੇੜ ਮਾਰੀ ਹੁੰਦੀ ਆ। ਸੋ ਸਾਧ ਸੰਗਤ ਜੀ, ਇੱਥੇ ਸਾਹਿਬਜ਼ਾਦਿਆਂ ਨੇ ਸਾਨੂੰ ਇਹ ਗੱਲ ਸਮਝਾਈ, ਸਾਡੇ ਬਾਬਿਆਂ ਨੇ, ਕਿ ਜਦੋਂ ਹਕੂਮਤ ਤੁਹਾਨੂੰ ਝੁਕਾਉਣਾ ਚਾਹਵੇ ਤੇ ਤੁਸੀਂ ਉਸ ਵੇਲੇ ਆਪਣੇ ਅੰਦਰੋਂ ਆਪਣੇ ਆਪ ਨੂੰ ਟਟੋਲਣਾ ਆ ਕਿ ਤੁਸੀਂ ਹਕੂਮਤ ਨੂੰ ਕਿਵੇਂ ਜਵਾਬ ਦੇਣਾ। ਇੱਕ ਆਮ ਇਨਸਾਨ ਹੁੰਦਾ ਰਾਮੇਵਾਲ ਸਾਹਿਬ, ਤੇ ਪਹਿਲਾਂ ਆਪਣਾ ਸਿਰ ਹੀ ਠਾਂ ਕਰਦਾ। ਜਿਵੇਂ ਹੁਣ ਅਸੀਂ ਵੀ ਦਰਵਾਜ਼ਿਆਂ 'ਚੋਂ ਲੰਘਣਾ ਹੋਵੇ ਤੇ ਪਹਿਲਾਂ ਸਿਰ ਹੀ ਠਾਂ ਕਰਦੇ ਹਾਂ, ਜੇ ਦਰਵਾਜ਼ਾ ਨੀਵਾਂ ਹੋਵੇ ਤੇ ਝੁੱਕ ਕੇ ਇਸ ਤਰ੍ਹਾਂ ਕਰਕੇ ਅੱਗੇ ਲੰਘ ਜਾਂਦੇ ਹਾਂ। ਪਰ ਜੇ ਸਾਹਿਬਜ਼ਾਦਿਆਂ ਵਾਲੀ ਸੋਚ ਹੋਵੇ, ਜੇ ਸਾਹਿਬਜ਼ਾਦਿਆਂ ਵਾਲਾ ਜਜ਼ਬਾ ਹੋਵੇ, ਤੇ ਫਿਰ ਜੇ ਸਾਹਿਬਜ਼ਾਦਿਆਂ ਵਾਲਾ ਉਹ ਪੂਰਾ ਅੰਦਰ ਯੋਧਿਆਂ ਵਾਲਾ ਰੁਤਬਾ ਹੋਵੇ, ਤੇ ਫਿਰ ਆਪਣੇ ਚਰਨ ਅੱਗੇ ਕੱਢੇ ਜਾਂਦੇ। ਹੁਣ ਉੱਥੇ ਵੀ ਇੱਕ ਮੌਕਾ ਜਿਹੜਾ ਆ ਨਵਾਬ ਨੂੰ ਦਿੱਤਾ ਗਿਆ ਸੀ ਸਾਹਿਬਜ਼ਾਦਿਆਂ ਵੱਲੋਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ, ਕਿ ਸਾਹਿਬਜ਼ਾਦਿਆਂ ਨੇ ਜਦੋਂ ਆਪਣੇ ਚਰਨ ਅੱਗੇ ਕੱਢੇ, ਤੇ ਜੇ ਨਵਾਬ ਹੁੰਦਾ ਉੱਥੇ ਅਕਲ ਦਾ ਮਾਲਕ, ਉਹਨਾਂ ਚਰਨਾਂ ਨੂੰ ਘੁੱਟ ਕੇ ਫੜ ਲੈਂਦਾ ਤੇ ਮਾਫੀਆਂ ਮੰਗ ਲੈਂਦਾ ਤੇ ਆਪਣੀਆਂ ਕੁੱਲਾਂ ਬਖਸ਼ਾ ਲੈਂਦਾ, ਜਿਹੜੀਆਂ ਕੁੱਲਾਂ ਨੂੰ ਅੱਜ ਲਾਹਣਤਾਂ ਪੈ ਰਹੀਆਂ ਜਗ੍ਹਾ ਜਗ੍ਹਾ ਤੇ। ਸਾਹਿਬਜ਼ਾਦਿਆਂ ਦੇ ਅੰਦਰ ਇੰਨਾ ਜਜ਼ਬਾ ਮਾਤਾ ਜੀ ਨੇ ਭਰ ਦਿੱਤਾ, ਇੰਨਾ ਜਜ਼ਬਾ ਮਾਂ ਗੁਜਰ ਕੌਰ ਨੇ ਭਰ ਦਿੱਤਾ। ਉਹ ਕਿੱਥੋਂ ਆਇਆ ਜਜ਼ਬਾ? ਗੁਰਬਾਣੀ ਨੂੰ ਪੜ੍ਹ ਕੇ। ਲੋਰੀਆਂ ਅੱਜ ਦੇ ਸਮੇਂ ਦੇ ਵਿੱਚ ਮਾਵਾਂ ਕੀ ਸੁਣਾਉਂਦੀਆਂ? ਗਾਣੇ, ਫਿਲਮੀ ਗਾਣੇ, ਗੰਦੇ ਗਾਣੇ। ਪਰ ਮਾਂ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ ਠੰਡਾ ਬੁਰਜ, ਜਿਵੇਂ ਗਿਆਨੀ ਜੀ ਨੇ ਆਖਿਆ ਸੀ ਕਿ ਉਹ ਬੁਰਜ ਇੰਨਾ ਠੰਡਾ ਸੀ, ਥੱਲਿਓਂ ਦੀ ਨਦੀ, ਅੱਜ ਵੀ ਅਸੀਂ ਉੱਥੇ ਜਾਈਏ ਨਾ ਜੀ ਗਰਮੀਆਂ ਦੇ ਵਿੱਚ ਵੀ, ਤੇ ਉਹ ਬੁਰਜ ਦੇ ਵਿੱਚੋਂ ਠੰਡੀ ਹਵਾ ਹੀ ਆਉਂਦੀ ਹੈ। ਜਦੋਂ ਉੱਥੇ ਜਾਈਦਾ ਉੱਪਰ, ਉਹ ਠੰਡਾ ਹੀ ਨਜ਼ਰ ਆਉਂਦਾ। ਤੇ ਉਸ ਸਮੇਂ ਦੇ ਵਿੱਚ ਤੁਸੀਂ ਸੋਚੋ ਪੋਹ ਦੇ ਮਹੀਨੇ ਵਿੱਚ ਕਿੰਨਾ ਬੁਰਾ ਹਾਲ ਹੁੰਦਾ ਹੋਏਗਾ। ਪਰ ਸਾਹਿਬਜ਼ਾਦਿਆਂ ਨੇ ਬਾਣੀ ਦੇ ਨਿੱਘ ਵਿੱਚ, ਦਾਦੀ ਮਾਂ ਮਾਤਾ ਗੁਜਰ ਕੌਰ ਜੀ ਦੇ ਨਿੱਘ ਵਿੱਚ, ਦਸ਼ਮੇਸ਼ ਪਿਤਾ ਜੀ ਦੀ ਤਲਵਾਰ ਦੇ ਨਿੱਘ ਵਿੱਚ, ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਿੱਘ ਵਿੱਚ ਉਹਨਾਂ ਸਾਰਿਆਂ ਨੂੰ ਪਿੱਛੇ ਝੁਟਕਾ ਦਿੱਤਾ। ਤੇ ਜਦੋਂ ਨਵਾਬ ਦੇ ਕਚਹਿਰੀ 'ਚ ਪਹੁੰਚੇ ਤੇ ਗੱਜ ਕੇ ਜਦੋਂ ਫਤਿਹ ਬੁਲਾਈ, ਗੱਜ ਕੇ ਜਦੋਂ ਜਕਾਰੇ ਬੁਲਾਏ, ਤੇ ਨਵਾਬ ਹੁਣੀ ਤਾਂ ਉਹਲੇ ਹਾਰ ਗਏ ਸੀ।
ਉਸ ਲਈ ਉਹਨਾਂ ਨੂੰ ਸਮਝ ਆ ਗਈ ਸੀ, ਪਰ ਫਿਰ ਵੀ ਉਹਨਾਂ ਨੇ ਆਪਣੇ ਮੌਲਵੀਆਂ ਦੇ ਨਾਲ ਮਿਲ ਕੇ ਕਈ ਤਰ੍ਹਾਂ ਦੀਆਂ ਬਿਉਂਤਾਂ ਘੜੀਆਂ। ਇਹ ਅੱਗੇ ਗਿਆਨੀ ਜੀ ਆਪ ਜੀ ਨੂੰ ਜ਼ਰੂਰ ਦੱਸਣਗੇ, ਕਿਉਂਕਿ ਸਾਰਿਆਂ ਨੂੰ ਸਮਾਂ ਜਿਹੜਾ ਉਹ ਮਿਲਣਾ ਚਾਹੀਦਾ ਜੀ। ਗਿਆਨੀ ਜੀ, ਅਗਰ ਤੁਸੀਂ ਇਹਨੂੰ ਸੁਣਦੇ ਆ ਤੇ ਮੈਂ ਚਾਹੁੰਦਾ ਸੰਖੇਪ ਵਿੱਚ ਦੱਸੋ, ਤਾਂ ਕਿ ਆਪਾਂ ਨੰਦੇੜ ਦੀ ਧਰਤੀ ਤੋਂ ਮੁੜ ਕੇ ਵਾਪਸ ਵੇ ਪੰਜਾਬ ਚ ਆਉਣਾ। ਹਾਂਜੀ। ਇਹ ਦੇਖੋ ਜੀ, 3 ਦਿਨਾਂ ਦੇ ਇਹਨਾਂ ਤਸ਼ੱਦਦ ਦੀ ਗੱਲ ਜਿਵੇਂ ਕਰਦੇ ਸੀ ਭਾਈ ਸਾਹਿਬ ਉਹਨਾਂ ਨੇ, ਬੜੇ ਵਿਸਥਾਰ ਦੀ ਗੱਲ ਕਰ ਰਹੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਮਲੇਰਕੋਟਲਾ ਨਵਾਬ ਨੂੰ ਵੀ ਬੁਲਾਇਆ ਗਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਰਾਹੀਂ ਵੀ ਜਿਹੜਾ ਸੀ ਸਾਹਿਬਜ਼ਾਦਿਆਂ ਨੂੰ ਸਜ਼ਾ ਦਿੱਤੀ ਜਾ ਸਕੇ। ਫਿਰ ਸਾਹਿਬਜ਼ਾਦਿਆਂ ਨੂੰ ਪਿੱਪਲ ਦੇ ਨਾਲ ਬੰਨ੍ਹ ਕੇ ਤੇ ਗੁਲੇਲੇ ਮਾਰੇ ਗਏ। ਸਾਹਿਬਜ਼ਾਦਿਆਂ ਨੂੰ ਜਿਹੜੀਆਂ ਸੀ ਸ਼ਮਕਾਂ ਦਰਬਾਰ ਦੇ ਵਿੱਚ ਮਾਰੀਆਂ ਗਈਆਂ, ਕਚਹਿਰੀ ਦੇ ਅੰਦਰ। ਇੱਥੋਂ ਤੱਕ ਕਿ ਸਾਹਿਬਜ਼ਾਦਿਆਂ ਦੇ ਉਂਗਲਾਂ ਦੇ ਵਿੱਚ ਪਲੀਤੇ ਰੱਖ ਕਰਕੇ ਰੂੰਦੇ ਤੇ ਉਹਨਾਂ ਨੂੰ ਅੱਗ ਲਗਾਈ ਗਈ ਤੇ ਉਹਨਾਂ ਦੀ ਹੱਥਾਂ ਚਮੜੀ ਜਿਹੜੀ ਸੀ ਉਹ ਵੀ ਸਾੜੀ ਗਈ। ਸਾਹਿਬਜ਼ਾਦੇ ਜਦੋਂ ਵਾਪਸ ਰੋਜ਼ ਪਰਤਦੇ ਸੀ ਤੇ ਦਾਦੀ ਨੂੰ ਜਾ ਕੇ ਦੱਸਦੇ ਸੀ ਕਿ ਦਾਦੀ ਅੱਜ ਕਚਹਿਰੀ ਦੇ ਵਿੱਚ ਆ ਹੋਇਆ, ਆ ਦੇਖੋ ਸਾਡੇ ਆ ਉਂਗਲਾਂ ਜਿਹੜੀਆਂ ਸੀ ਇਹ ਵੀ ਸਾੜੀਆਂ ਗਈਆਂ, ਆ ਦੇਖੋ ਸਾਡੇ ਸਰੀਰ ਤੇ ਸ਼ਮਕਾਂ ਦੇ ਨਿਸ਼ਾਨ ਵੀ ਸੀ, ਪਰ ਦਾਦੀ ਅਸੀਂ ਡੋਲੇ ਨਹੀਂ। ਸਾਡੇ ਅੰਦਰ ਦਾਦਾ ਗੁਰੂ ਦੀ ਯਾਦ ਜਿਹੜੀ ਸੀ ਉਹ ਵਸੀ ਹੋਈ ਸੀ ਕਿ ਉਹ ਕਿਵੇਂ ਦੂਸਰੇ ਦਾ ਧਰਮ ਬਚਾਉਣ ਵਾਸਤੇ ਕੁਰਬਾਨੀ ਕਰ ਗਏ, ਤਾਂ ਸਾਡਾ ਖੁਦ ਦਾ ਧਰਮ ਸੀ। ਅਖੀਰ ਤੇ ਜਦੋਂ ਹੀਲੇ ਵਸੀਲੇ ਸਾਰੇ ਖਤਮ ਹੋ ਜਾਂਦੇ ਆ ਤੇ ਤੀਸਰੇ ਦਿਨ ਜਿਹੜਾ ਸੀ ਇਹ ਫਤਵਾ ਜਾਰੀ ਕਰ ਦਿੱਤਾ ਜਾਂਦਾ ਕਿ ਕੱਲ ਨੂੰ ਇਹਨਾਂ ਦੋਨੋਂ ਸਾਹਿਬਜ਼ਾਦਿਆਂ ਨੂੰ ਜਿਹੜਾ ਸੀ ਇਹ ਨੀਹਾਂ ਦੇ ਵਿੱਚ ਚੁਣਿਆ ਜਾਵੇਗਾ ਔਰ ਇਹਨਾਂ ਨੂੰ ਨੀਹਾਂ ਵਿੱਚ ਚੁਣ ਕਰਕੇ ਇਹਨਾਂ ਨੂੰ ਖਤਮ ਕੀਤਾ ਜਾਵੇਗਾ। ਉੱਥੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਉਸ ਕਚਹਿਰੀ ਦੇ ਵਿੱਚ ਆਏ, ਜਿਹੜੇ ਆਪਣੇ ਮੁਕੱਦਮੇ ਦੀ ਸਜ਼ਾ ਭੁਗਤਦੇ ਪਏ ਸੀ। ਉਹਨਾਂ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਇਹਨਾਂ ਨੂੰ ਕੱਲ ਨੂੰ ਕਤਲ ਕਰ ਦੇਵੋ ਤੇ ਜੇਕਰ ਇਹ ਕਤਲ ਤੁਸੀਂ ਕਰੋਗੇ ਤੇ ਤੁਹਾਡੇ ਸਾਰੇ ਪਿਛਲੇ ਗੁਨਾਹ ਮੁਕੱਦਮੇ ਜਿਹੜੇ ਨੇ ਉਹ ਮਾਫ ਕਰ ਦਿੱਤੇ ਜਾਣਗੇ। ਹੁਣ ਇਹ ਅਖੀਰਲੀ ਰਾਤ ਦਾਦੀ ਅਤੇ ਸਾਹਿਬਜ਼ਾਦਿਆਂ ਦੀ ਗੁਜ਼ਰਦੀ ਆ। ਉਸ ਰਾਤ ਤੋਂ ਜਦੋਂ ਸਵੇਰ ਹੁੰਦੀ ਆ ਤੇ ਉਸ ਵੇਲੇ ਮਾਤਾ ਜੀ, ਇਹ ਨਹੀਂ ਕਿ ਕੋਈ ਵਿਰਾਗ ਹੈ ਜਾਂ ਕੋਈ ਉੱਥੇ ਵਿਛੋੜੇ ਦੀ ਗੱਲ ਆ ਜਾਂ ਮਾਤਾ ਜੀ ਨੇ ਉੱਥੇ ਦੇਖਿਆ ਕਿ ਸਾਹਿਬਜ਼ਾਦੇ ਸਦਾ ਵਾਸਤੇ ਚਲੇ ਜਾਣਗੇ, ਸਗੋਂ ਮਾਤਾ ਜੀ ਅੱਜ ਵੀ ਉਹਨਾਂ ਦੇ ਮਨ ਦੇ ਵਿੱਚ ਜ਼ੁਰਤ ਭਰਦੇ ਪਏ ਨੇ ਕਿ ਤੁਸੀਂ ਸਵੇਰੇ ਜਾਣਾ ਹੈ। ਉਹਨਾਂ ਨੂੰ ਤਿਆਰ ਕੀਤਾ ਗਿਆ ਔਰ ਜੋਗੀ ਅੱਲਾ ਯਾਰ ਖਾਂ ਕਹਿੰਦਾ ਹੈ ਕਿ ਮਾਤਾ ਜੀ ਦੀ ਇੰਨੀ ਜ਼ਿਆਦੀ ਭਾਵਨਾ ਸੀ ਕਿ ਮਾਤਾ ਜੀ ਕਹਿੰਦੇ ਨੇ ਕਿ ਤੁਸੀਂ ਮੌਤ ਲਾੜੀ ਨੂੰ ਵਿਆਹੁਣ ਵਾਸਤੇ ਚੱਲਿਓ, ਜਾਣ ਤੋਂ ਪਹਿਲਾਂ ਆਓ ਮੈਂ ਤੁਹਾਨੂੰ ਤਿਆਰ ਕਰ ਦਵਾਂ, ਤੁਹਾਡੇ ਸੋਹਣੇ ਸਿਰਾਂ ਦੇ ਉੱਤੇ ਸੋਹਣੀਆਂ ਕਲਗੀਆਂ ਸਜਾ ਦਵਾਂ, ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਲਾੜਾ ਤੇ ਬਣਾ ਸਕਾਂ। ਤੇ ਉੱਥੇ ਫਿਰ ਗਿਆਨੀ ਸੋਹਣ ਸਿੰਘ ਸ਼ੀਤਲ ਹੋਣਾ ਨੇ 4 ਲਾਈਨਾਂ ਲਿਖੀਆਂ ਨੇ। ਉਹ ਕਹਿੰਦੇ ਨੇ ਜਿਵੇਂ ਮਾਤਾ ਜੀਤੋ ਜੀ, ਕਿਉਂਕਿ ਇਹ ਮਾਤਾ ਜੀਤੋ ਜੀ ਦੇ ਸਾਹਿਬਜ਼ਾਦੇ ਸਨ। ਆਜਾ ਜੀਤੋ ਰਾਣੀਏ ਲੈ ਮਿੰਟੋ ਧਾਰੇ, ਤਕਲੇ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ, ਟੁੱਟਣਗੇ ਅੱਜ ਅੰਬਰੋਂ 2 ਅਰਸ਼ੀ ਤਾਰੇ। ਹੁਣ ਕਹਿੰਦੇ ਨੇ ਮਾਤਾ ਜੀ ਜਿਵੇਂ ਇੱਕ ਦ੍ਰਿਸ਼ ਉੱਥੇ ਖਿੱਚਿਆ ਗਿਆ ਹੋਵੇ ਕਿ ਜਿਵੇਂ ਮਾਤਾ ਜੀ ਮਾਤਾ ਜੀਤੋ ਨੂੰ ਕਹਿੰਦੇ ਨੇ ਕਿ ਆ ਮੇਰੀ ਧੀ ਰਾਣੀਏ, ਅੱਜ ਤੇਰੇ ਪੁੱਤਰਾਂ ਨੇ ਖਾਰੇ ਚੜਨਾ ਏ, ਤੇਰੇ ਪੁੱਤਰਾਂ ਨੇ ਅੱਜ ਮੌਤ ਲਾੜੀ ਨੂੰ ਵਿਆਹੁਣ ਵਾਸਤੇ ਜਾਣਾ, ਇਸ ਕਰਕੇ ਆ ਆਪਾਂ ਇਕੱਠੇ ਹੋ ਕਰਕੇ ਇਹਨਾਂ ਦੇ ਸੁਹਾਗ ਦੇ ਗੀਤ ਗਾ ਲਈਏ। ਤੇ ਸਾਹਿਬਜ਼ਾਦੇ ਜਿਹੜੇ ਸਨ ਉਹਨਾਂ ਨੇ ਮਾਤਾ ਜੀ ਨੂੰ ਅਖੀਰਲੀ ਵਾਰ ਫਤਿਹ ਬੁਲਾ ਕੇ ਜਦੋਂ ਪਰਤ ਕੇ ਉੱਥੋਂ ਜਿਹੜਾ ਪੌੜੀਆਂ ਉੱਤਰ ਲੱਗੇ ਨੇ, ਉੱਥੋਂ ਫਿਰ ਜਾਣ ਲੱਗੇ ਇੱਕ ਗੱਲ ਆਖੀ ਸੀ, ਕਹਿਣ ਲੱਗੇ ਕਿ ਦਾਦੀ ਅਸੀਂ ਚੱਲੇ ਆ, ਤੁਸੀਂ ਛੇਤੀ ਆਉਣਾ, ਤੇਰੇ ਬਾਝੋਂ ਸਾਡਾ ਜੀ ਨਹੀਂ ਲੱਗਣਾ, ਨਹੀਂ ਤੇ ਰੁਸਜੂ ਤੇਰਾ ਫਤਿਹ ਸਿੰਘ ਤੇਰਾ ਮਨ ਪਰਚਾਉਣਾ। ਦਾਦੀ ਵੀ ਫਿਰ ਅੱਗੋਂ ਇਹ ਗੱਲ ਆਖੀ ਸੀ ਕਿ ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਵਾਂ ਜਿਹੜੀਆਂ ਨੇ ਉਹ ਕਦੀ ਸੁਣੀਆਂ ਕਿ ਪੁੱਤਰ ਚਲੇ ਜਾਣ ਤੇ ਮਾਵਾਂ ਜਿਉਂਦੀਆਂ ਹੋਵਣ। ਉੱਥੇ ਫਿਰ ਮਾਤਾ ਜੀ ਕਹਿੰਦੇ ਸੀ, ਕਹਿਣ ਲੱਗੇ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ। ਸਾਹਿਬਜ਼ਾਦਿਆਂ ਨੂੰ ਫਿਰ ਉਸ ਕਚਹਿਰੀ ਦੇ ਵਿਹੜੇ ਦੇ ਵਿੱਚ ਜਿਹੜਾ ਸੀ ਉਹ ਇੱਟਾਂ ਰੱਖੀਆਂ ਗਈਆਂ। ਉੱਥੇ ਸਾਰਾ ਸਰਹੰਦ ਇਕੱਠਾ ਹੋਇਆ ਸੀ ਕਿ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰਾਂ ਨੂੰ ਨੀਹਾਂ ਵਿੱਚ ਚੁਣਿਆ ਜਾਣਾ। ਉੱਥੇ ਫਿਰ ਨੀਂਹ ਚੁਣ ਦਾ ਜਿਹੜਾ ਕੰਮ ਸੀ ਉਹ ਸ਼ੁਰੂ ਹੋਇਆ। ਨੀਂਹ ਜਦੋਂ ਚਿੰਦਿਆਂ ਹੋਇਆਂ ਇੱਟ ਜਿਹੜੀ ਸੀ ਉਹ ਕੰਧ ਜਿਹੜੀ ਸੀ ਉਹ ਗੋਡਿਆਂ ਤੱਕ ਰਾਈ ਤੇ ਬਾਬਾ ਫਤਿਹ ਸਿੰਘ ਸੀ ਉਹ ਛੋਟੇ ਸੀ, ਉਹਨਾਂ ਦੇ ਗੋਡੇ ਪਹਿਲੋਂ ਆਉਂਦੇ ਨੇ। ਬਾਬਾ ਜੋਰਾਵਰ ਸਿੰਘ ਜਿਹੜੇ ਸੀ ਉਹ ਵੱਡੇ ਸੀ, ਉਹਨਾਂ ਦੇ ਗੋਡੇ ਬਾਅਦ ਵਿੱਚ ਆਉਣੇ ਸੀ। ਬਾਬਾ ਫਤਿਹ ਸਿੰਘ ਦੇ ਗੋਡਿਆਂ ਤੱਕ ਜਦੋਂ ਕੰਧ ਆਉਂਦੀ ਆ ਤੇ ਉੱਥੇ ਰਾਜ ਮਿਸਤਰੀ ਨੂੰ ਇਹ ਹੁਕਮ ਕੀਤਾ ਗਿਆ ਸੀ ਕਿ ਇਹ ਜਿਹੜੀ ਆ ਇਹ ਹਿੰਦੁਸਤਾਨ ਦੀ ਹਕੂਮਤ ਦੀ ਇੱਟ ਆ, ਹਕੂਮਤ ਦੀ ਇੱਟ ਬਹੁਤ ਕੀਮਤੀ ਹੁੰਦੀ, ਇਹਨੂੰ ਤੋੜ ਕੇ ਨਹੀਂ ਲਾਉਣਾ। ਉਹ ਕਹਿੰਦੇ ਕੰਧ ਸਿੱਧੀ ਨਹੀਂ ਉਸਰਦੀ ਪਈ,
ਕਹਿੰਦੇ ਫਿਰ ਜੇ ਕੰਧ ਸਿੱਧੀ ਨਹੀਂ ਉਸਰਦੀ, ਜਿਹੜੀ ਚੀਜ਼ ਕੰਧ ਦੀ ਉਸਾਰੀ ਦੇ ਵਿੱਚ ਰੁਕਾਵਟ ਬਣਦੀ ਉਹ ਚੀਜ਼ ਨੂੰ ਤੋੜ ਦੋ, ਭਾਵ ਕਿ ਗੋਡੇ ਦੀ ਚੱਪਣੀ ਤੋੜ ਦਿੱਤੀ ਜਾਵੇ ਪਰ ਇੱਟ ਤੋੜ ਕੇ ਨਾ ਲਾਈ ਜਾਵੇ। ਤੇ ਬਾਬਾ ਫਤਿਹ ਸਿੰਘ ਨੇ ਵੀ ਕਿਹਾ ਸੀ, ਕਹਿਣ ਲੱਗੇ ਇਹ ਅਸਲ ਦੇ ਵਿੱਚ ਕੰਧਾਂ ਨਹੀਂ, ਇਹ ਅਸਲ ਦੇ ਵਿੱਚ ਤੁਸੀਂ ਸਾਨੂੰ ਖਤਮ ਨਹੀਂ ਕਰਦੇ ਪਏ, ਅਸੀਂ ਤਾਂ ਸਿੰਘੋਂ ਕੀ ਸਲਤਨਤ ਦਾ ਪੌਦਾ ਲਗਾ ਚੱਲੇ। ਕਹਿੰਦੇ ਇਸ ਜਗ੍ਹਾ ਦੇ ਉੱਤੇ ਅਸੀਂ ਸਿੱਖੀ ਦਾ ਮਹਿਲ ਉਸਾਰ ਕੇ ਚੱਲੇ ਆ, ਔਰ ਸੱਚ ਕਰਕੇ ਕਹਿੰਦੇ ਤੁਸੀਂ ਜਾਣਿਓ ਜਿੱਥੇ ਸਾਡਾ ਖੂਨ ਡੁੱਲਣਾ ਹੈ ਨਾ, ਇਸ ਜਗ੍ਹਾ ਦੇ ਉੱਤੇ ਸਿੱਖੀ ਦੇ ਰਾਜ ਭਾਗ ਦੇ ਨਿਸ਼ਾਨ ਸਾਹਿਬ ਝੁੱਲਣੇ ਨੇ। ਸਾਹਿਬਜ਼ਾਦਿਆਂ ਨੂੰ ਹੌਲੀ ਹੌਲੀ ਕੰਧ ਜਦੋਂ ਉਸਰੀ ਆ ਤੇ ਜੋਗੀ ਅੱਲਾ ਯਾਰ ਖਾਂ ਕਹਿੰਦਾ ਕਿ ਕੰਧ ਜਿਹੜੀ ਸੀ ਉਹ ਨੱਕ ਤੱਕ ਆਈ, ਨੱਕ ਤੋਂ ਬਾਅਦ ਵਿੱਚ ਉਹਨੇ ਅੱਖਾਂ ਢੱਕ ਦਿੱਤੀਆਂ। ਇਵੇਂ ਲੱਗਦਾ ਸੀ ਕਿ ਜਿਵੇਂ ਰਾਤ ਦਾ ਸੋਹਣਾ ਚੰਦਰਮਾ ਹੋਵੇ ਪੂਰਨਮਾਸ਼ੀ ਦਾ ਤੇ ਉਹਨੂੰ ਗ੍ਰਹਿਣ ਨੇ ਢੱਕ ਲਿਆ ਹੋਵੇ। ਇਵੇਂ ਲੱਗਦਾ ਸੀ ਕਿ ਉਹਨਾਂ ਸਾਹਿਬਜ਼ਾਦਿਆਂ ਦੇ ਸੁੰਦਰ ਚਿਹਰਿਆਂ ਨੂੰ ਜਿਹੜਾ ਸੀ ਉਹ ਕੰਧਾਂ ਇਵੇਂ ਢੱਕਦੀਆਂ ਪਈਆਂ ਸੀ ਜਿਵੇਂ ਚੰਨ ਨੂੰ ਗ੍ਰਹਿਣ ਲੱਗ ਗਿਆ ਹੋਵੇ। ਸਾਹਿਬਜ਼ਾਦੇ ਉਸ ਕੰਧਾਂ ਦੇ ਵਿੱਚ ਉਹਨਾਂ ਦਾ ਦਮ ਘੁੱਟਿਆ। ਇਤਿਹਾਸ ਕਹਿੰਦਾ ਹੈ ਕਿ ਦਮ ਘੁੱਟਣ ਦੇ ਨਾਲ ਸਾਹਿਬਜ਼ਾਦੇ ਬੇਹੋਸ਼ ਹੋਏ ਤੇ ਉਹ ਕੰਧ ਜਿਹੜੀ ਸੀ ਉਹ ਟੁੱਟੀ ਤੇ ਥੱਲੇ ਸਾਹਿਬਜ਼ਾਦੇ ਡਿੱਗਦੇ ਆ। ਉੱਥੇ ਫਿਰ ਜਿਹੜਾ ਸੀ ਸ਼ਾਸਲ ਬੇਗ ਤੇ ਬਾਸ਼ਲ ਬੇਗ ਜੀ ਬਾਬਾ ਜੀ ਇੱਕ ਬੇਨਤੀ, ਬਾਬਾ ਜੀ ਛੋਟੀ ਜਿਹੀ ਇੱਕ ਬੇਨਤੀ ਹੈ ਕਿਉਂਕਿ ਆਪਣਾ ਸਮਾਂ ਸਮਾਪਤ ਹੋ ਗਿਆ। ਸੋ ਇੱਥੋਂ ਹੀ ਮੈਂ ਨਾਲ ਆਪਣੇ ਗਿਆਨੀ ਹਰਦੀਪ ਸਿੰਘ ਜੀ ਨੂੰ ਤੇ ਬਾੜਾ ਸਾਹਿਬ ਨੂੰ ਬੇਨਤੀ ਕਰਦਾ ਕਿ ਅਗਲੇ ਹਫਤੇ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਇੱਥੋਂ ਸ਼ੁਰੂ ਕਰਕੇ ਤੇ ਆਪਾਂ ਜਾਵਾਂਗੇ ਨੰਦੇੜ ਸਾਹਿਬ ਦੀ ਧਰਤੀ ਤੇ, ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਦੀ ਧਰਤੀ ਤੇ ਲਿਆਵਾਂਗੇ, ਕਿਸ ਤਰ੍ਹਾਂ ਇੱਟ ਨੈਟ ਖੜਕਦੀ ਹੈ ਸਰਹੰਦ ਦੀ, ਉਹਦੇ ਬਾਰੇ ਵਿਚਾਰਾਂ ਦੀ ਸਾਂਝ ਪਾਵਾਂਗੇ। ਸੋ 21 ਤਰੀਕ ਤੋਂ ਲੈ ਕੇ ਕੱਲ ਤੋਂ 21 ਤਰੀਕ ਤੋਂ ਲੈ ਕੇ 31 ਤਰੀਕ ਤੱਕ 10 ਦਿਨ ਲਈ ਗੁਰਦੁਆਰਾ ਅਕਾਲ ਦਰਬਾਰ ਸਾਹਿਬ ਵਿਖੇ ਸਮਾਗਮ ਹੋ ਰਹੇ ਨੇ, ਜਿਨ੍ਹਾਂ ਦੇ ਅਸੀਂ ਪੋਸਟਰ ਵੀ ਲਾਏ ਆ, ਤੁਸੀਂ ਇਹਨਾਂ ਨੂੰ ਪੜ੍ਹ ਸਕਦੇ ਹੋ। ਸੋ ਸਾਡੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਕਿਉਂਕਿ ਜਿਸ ਤਰ੍ਹਾਂ ਬਾੜਾ ਸਾਹਿਬ ਨੇ ਕਿਹਾ ਸੀ ਕਿ ਗੁਰੂਆਂ ਦੇ ਇਤਿਹਾਸ ਨੂੰ ਅਸੀਂ ਘੰਟੇ 2 ਘੰਟੇ ਜਾਂ ਪੂਰੀ ਜ਼ਿੰਦਗੀ ਵਿੱਚ ਵੀ ਨਹੀਂ ਕਿਸੇ ਨੂੰ ਸੁਣਾ ਸਕਦੇ। ਸੋ ਇੱਥੋਂ ਹੀ ਅਸੀਂ ਸ਼ੁਰੂ ਕਰਾਂਗੇ ਅਗਲੇ ਹਫਤੇ। ਸੋ ਭੁੱਲਾਂ ਚੁੱਕਾਂ ਦੀ ਖਿਮਾ 4 ਤੋਂ 7:30 ਵਜੇ ਤੱਕ ਚੱਲੇਗਾ। 4 ਵਜੇ ਸੁਖਮਨੀ ਦਾ ਪਾਠ ਹੋਏਗਾ ਤੇ 6:30 ਤੋਂ 7:30 ਐਵਰੀਡੇ ਹਰ ਰੋਜ਼ ਦਰਬਾਰ ਸਾਹਿਬ ਦੇ ਜੱਥੇ ਵੀ ਆ ਰਹੇ ਨੇ। 6:30 ਤੋਂ 7:30 1 ਘੰਟਾ ਨਾਮ ਸਿਮਰਨ ਜਾਪ ਸਾਹਿਬਜ਼ਾਦੇ ਦੀ ਜਾਂਚ ਹੋਏਗਾ ਜੀ। ਚਲੋ ਮੈਂ ਰਵੀਆਂ ਤੁਹਾਡਾ ਸਾਰਿਆਂ ਦਾ। ਸੋ ਭੁੱਲਾਂ ਚੁੱਕਾਂ ਦੀ ਖਿਮਾ। ਮੇਰੀ ਪੂਰੀ ਟੀਮ ਅਤੇ ਆਪਣੇ 10 ਬਲਿਹਾਰ ਸਿੰਘ ਰਾਮੇਵਾਲ ਨੂੰ ਦੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।